ਫਤਿਹ ਜੀ। ਪੰਜਾਬੀ ਨੈਸ਼ਨਲ ਦੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਹਾਜ਼ਰ ਹਾਂ। ਇਸ ਪ੍ਰੋਗਰਾਮ ਵਿੱਚ ਅੱਜ ਬਹੁਤ ਸਾਰੇ ਮੁੱਦਿਆਂ 'ਤੇ ਗੱਲਬਾਤ ਕਰਨੀ ਹੈ। ਬਹੁਤ ਅਹਿਮ ਮੁੱਦੇ ਨੇ ਜਿਨ੍ਹਾਂ ਵਿੱਚ ਖੇਤੀਬਾੜੀ, ਕਿਸਾਨਾਂ ਦਾ ਅੰਦੋਲਨ ਅਤੇ ਹੋਰ ਕਈ ਕੁਛ ਸਾਡੇ ਆਸ-ਪਾਸ ਵਾਪਰ ਰਿਹਾ। ਰਾਜਨੀਤਿਕ ਗਤੀਵਿਧੀਆਂ ਵੀ ਹੋ ਰਹੀਆਂ ਨੇ ਅਤੇ ਨਾਲ ਦੀ ਨਾਲ ਕੁਝ ਮਨੁੱਖੀ ਅਧਿਕਾਰਾਂ ਦੀ ਗੱਲ ਕਰਾਂਗੇ। ਇੱਕ ਸੰਸਥਾ ਹੈ ਐਮਨੈਸਟੀ ਇੰਟਰਨੈਸ਼ਨਲ, ਉਸ ਬਾਰੇ ਵੀ ਗੱਲਬਾਤ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਹੋਵੇਗੀ। ਸਾਡੇ ਮਹਿਮਾਨ ਹਾਜ਼ਰ ਨੇ ਸਰਦਾਰ ਮੋਹਿੰਦਰ ਸਿੰਘ ਗਰੇਵਾਲ। ਗਰੇਵਾਲ ਸਾਹਿਬ ਜੀ ਆਇਆਂ, ਸਤਿ ਸ਼੍ਰੀ ਅਕਾਲ ਜੀ। ਗਰੇਵਾਲ ਸਾਹਿਬ, ਇਸ ਤੋਂ ਪਹਿਲਾਂ ਕਿ ਅਸੀਂ ਕੁਝ ਹੋਰ ਮੁੱਦਿਆਂ 'ਤੇ ਗੱਲਬਾਤ ਕਰੀਏ, ਪੰਜਾਬ ਵਿੱਚ ਇਸ ਵੇਲੇ ਸਭ ਤੋਂ ਭਖਦਾ ਜਿਹੜਾ ਮੁੱਦਾ ਹੈ, ਬਲਕਿ ਇਹ ਪੂਰੇ ਭਾਰਤ ਵਿੱਚ ਹੋਣਾ ਚਾਹੀਦਾ ਸੀ, ਪਰ ਪੰਜਾਬ ਇਸ ਤਰ੍ਹਾਂ ਲੱਗਿਆ ਕਿ ਸਭ ਤੋਂ ਸਿਰ ਕੱਢਵਾਂ ਜਿਹੜਾ ਯਤਨ ਹੈ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਉਹ ਪੰਜਾਬ ਵਿੱਚ ਹੋ ਰਿਹਾ ਅਤੇ ਹੋਰ ਕਿਤੇ ਇੰਨੇ ਜ਼ਿਆਦਾ ਮੁਜ਼ਾਹਰੇ ਜਾਂ ਅੰਦੋਲਨ ਕਿਸੇ ਕਿਸਮ ਦਾ ਨਹੀਂ ਚਲਾਇਆ ਜਾ ਰਿਹਾ। ਪੰਜਾਬ ਵਿੱਚ ਅੰਦੋਲਨ ਕਿਸ ਤਰ੍ਹਾਂ ਦਾ ਚੱਲ ਰਿਹਾ ਜੋ 25 ਸਤੰਬਰ ਤੋਂ ਸ਼ੁਰੂ ਹੋਇਆ ਸੀ, ਉਸ ਤੋਂ ਬਾਅਦ ਦੀ ਸਥਿਤੀ ਕਿਹੋ ਜਿਹੀ ਹੈ? ਕੋਈ ਪਹਿਲੀ ਗੱਲ ਤਾਂ ਇਹ ਹੈ ਕਿ ਸ਼ੁਰੂ ਤੋਂ ਹੀ ਇਹ ਰਿਹਾ ਕਿ ਜਿਹੜਾ ਵੀ ਇੰਡੀਆ ਦੇ ਵਿੱਚ ਕੋਈ ਅੰਦੋਲਨ ਹੋਇਆ ਜੀ, ਜੇ ਉਹ ਜਾਇਜ਼ ਅੰਦੋਲਨ ਹੈ ਜੀ, ਤਾਂ ਪੰਜਾਬ ਹਮੇਸ਼ਾ ਹੀ ਉਹਦਾ ਮੋਹਰੀ ਰਿਹਾ ਜੀ। ਅਤੇ ਅੱਜ ਜੇ ਕਿਸਾਨਾਂ ਦਾ ਅੰਦੋਲਨ ਹੈ ਜੀ, ਇਹਦੇ ਵਿੱਚ ਜੇ ਪੰਜਾਬ ਮੋਹਰੀ ਹੈ ਜੀ, ਤਾਂ ਇਹ ਵੀ ਕੋਈ ਨਵੀਂ ਗੱਲ ਨਹੀਂ ਜੀ। ਪੰਜਾਬ ਹਮੇਸ਼ਾ ਹੀ ਕਿਸੇ ਵੀ ਗਲਤ ਚੀਜ਼ ਦੇ ਖਿਲਾਫ ਡਟਣ ਦੇ ਲਈ ਜਾਣਿਆ ਜਾਂਦਾ ਜੀ। ਅੱਜ ਵੀ ਉਹੀ ਗੱਲ ਹੋ ਰਹੀ ਹੈ। ਠੀਕ। ਅੱਜ ਜਿਵੇਂ ਤੁਸੀਂ ਦੇਖਿਆ ਹੀ ਹੈ ਕਿ ਜਿੱਥੇ ਰੇਲ ਰੋਕੋ ਇਹਦਾ ਅੰਦੋਲਨ ਹੈ ਉਹ ਪੂਰਾ ਕਾਮਯਾਬ ਹੈ। ਸਾਰਾ ਦਿਨ ਕਿਸਾਨ ਜਿਹੜੇ ਹੈਗੇ ਉਹ ਰੇਲ ਦੀਆਂ ਲਾਈਨਾਂ ਦੇ ਉੱਪਰ ਬੈਠੇ ਰਹਿੰਦੇ ਆ ਬਿਨਾਂ ਕਿਸੇ ਪ੍ਰਵਾਹ ਕੀਤਿਓ ਜੀ। ਉਸੇ ਤਰ੍ਹਾਂ ਜਿਹੜਾ ਓਵਰਆਲ ਸਾਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਉਹਦੇ 'ਚ ਵੀ ਕੋਈ ਕਮੀ ਨਹੀਂ ਆਈ ਜੀ। ਦੂਜੇ ਪਾਸੇ ਜਿਹੜੀਆਂ ਸਾਡੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਆਪਣੇ ਢੰਗ ਦੇ ਨਾਲ ਆਪਣਾ ਫਾਇਦਾ ਉਠਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ ਜੀ। ਇਹਦੇ 'ਚ ਜੇ ਹੁਣ ਆਪਾਂ ਦੋ ਪਾਸੇ ਦੇਖਦੇ ਹਾਂ ਜੀ, ਇੱਕ ਤਾਂ ਇਹ ਅੰਦੋਲਨ ਦਾ ਇਫੈਕਟ ਕੀ ਹੋਇਆ ਜੀ। ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀ ਸਰਕਾਰ ਹੈ ਉਹਦੇ 'ਤੇ ਇਫੈਕਟ ਤਾਂ ਹਜੇ ਤੱਕ ਕੁਛ ਨਹੀਂ ਦਿਸਿਆ ਜੀ, ਕਿਉਂਕਿ ਇਹਦੀ ਜਿਹੜੀ ਸਰਕਾਰ ਹੈ ਇੱਕ ਤਾਂ ਜਿੱਦੀ ਇੰਨੀ ਹੈ ਜੀ, ਕਿਸੇ ਦੀ ਪਰਵਾਹ ਨਹੀਂ ਕਰਦੀ ਜੀ, ਚੰਗਾ ਮਾੜਾ ਨਹੀਂ ਦੇਖਦੀ, ਜਿਹੜਾ ਨਿਰਣਾ ਲੈ ਲੈਂਦੀ ਹੈ ਚਾਹੇ ਉਹ ਕਿੰਨਾ ਵੀ ਗਲਤ ਕਿਉਂ ਨਾ ਹੋਵੇ ਉਹਨੂੰ ਫਿਰ ਇਹ ਸਟਿਕ ਕਰਦੀ ਹੈ। ਬਿਲਕੁਲ। ਦੂਜੇ ਪਾਸੇ ਜਿਹੜਾ ਅਸੀਂ ਚੰਗਾ ਪਾਸਾ ਦੇਖਦੇ ਹਾਂ ਜੀ, ਉਹ ਇਹ ਹੈਗਾ ਕਿ ਜਿਹੜਾ ਕਿਸਾਨਾਂ ਦਾ ਇਹ ਅੰਦੋਲਨ ਹੈ ਇਹਨੇ ਰਾਜਨੀਤਿਕ ਬੰਦਿਆਂ ਦੇ ਉੱਤੇ ਪ੍ਰਭਾਵ ਪਾਇਆ। ਠੀਕ ਹੈ। ਜਿਹੜੇ ਆਮ ਬੰਦੇ ਜਹਾਜ਼ਾਂ 'ਤੇ ਚੜ੍ਹਨ ਵਾਲੇ ਜੀ ਜਾਂ ਵੱਡੀਆਂ ਗੱਡੀਆਂ 'ਤੇ ਚੜ੍ਹਨ ਵਾਲੇ ਜੀ, ਉਹ ਅੱਜ ਟਰੈਕਟਰਾਂ 'ਤੇ ਬੈਠੇ ਨਜ਼ਰ ਆਉਂਦੇ ਆ। ਹਾਲਾਂਕਿ ਟਰੈਕਟਰਾਂ ਨਾਲ ਉਹਨਾਂ ਦਾ ਸੰਬੰਧ ਨਹੀਂ ਹੈ ਕੋਈ ਜੀ। ਟਰੈਕਟਰ ਵੀ ਚਾਹੇ ਮੋਡੀਫਾਈ ਕੀਤੇ ਜੀ, ਉਹਨਾਂ ਦੇ ਸਪੈਸ਼ਲੀ ਬੈਠਣ ਦੇ ਲਈ ਉਹਨਾਂ ਦੇ ਗੱਦੀਆਂ ਲਵਾਈਆਂ ਗਈਆਂ, ਸਾਰਾ ਕੁਛ ਕੀਤਾ ਗਿਆ, ਪਰ ਫਿਰ ਵੀ ਉਹ ਵੱਡੇ ਕਾਰਾਂ 'ਚ ਬੈਠਣ ਵਾਲੇ ਟਰੈਕਟਰਾਂ ਦੇ ਉੱਤੇ ਬੈਠਣ ਲਈ ਤਾਂ ਮਜਬੂਰ ਹੋ ਗਏ। ਮਹਾਰਾਜੇ ਈਵਨ ਰਾਹੁਲ ਗਾਂਧੀ ਜੀ, ਸੁਖਬੀਰ ਸਿੰਘ ਬਾਦਲ, ਇਹ ਵੀ ਕਿਸੇ ਮਹਾਰਾਜੇ ਤੋਂ ਘੱਟ ਨਹੀਂ ਜੀ। ਇਹ ਸਾਰੇ ਜਿਹੜੇ ਹੈਗੇ ਇਹ ਬੈਠੇ ਆ ਜੀ ਟਰੈਕਟਰਾਂ 'ਤੇ, ਚਾਹੇ ਲੋਕ ਦਿਖਾਵੇ ਲਈ ਹੋਈ ਹੈ ਜੀ, ਪਰ ਉਸ ਲੈਵਲ ਤੱਕ ਤਾਂ ਪਹੁੰਚੇ ਜੀ। ਇਹ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਇਹਦੀ ਬੜੀ ਵੱਡੀ ਪ੍ਰਾਪਤੀ ਹੈ ਕਿ ਸਾਰਿਆਂ ਨੂੰ ਜ਼ਮੀਨੀ ਲੈਵਲ 'ਤੇ ਲਿਆ ਕੇ ਦਿਖਾਤਾ। ਇਹ ਜ਼ਰੂਰ ਹੈ ਵੀ ਉਹ ਹੈ ਡਰਾਮਾ ਉਹਨਾਂ ਦਾ, ਕੋਈ ਵੀ ਪਾਰਟੀ ਅੰਦਰੋਂ ਜਿਹੜੀ ਹੈਗੀ ਸਿੰਸੀਅਰਲੀ ਕਿਸਾਨਾਂ ਦਾ ਕੰਮ ਨਹੀਂ ਕਰ ਰਹੀ। ਇਹ ਇੱਕ ਬਹੁਤ ਵੱਡੀ ਗੱਲ ਹੈ, ਹਜੇ ਤੱਕ ਵੀ ਸਿੰਸੀਅਰ ਕੋਈ ਨਹੀਂ ਹੈ ਇਹਨਾਂ 'ਚ। ਕਿਸਾਨਾਂ ਵੱਲੋਂ ਜੋ ਧਰਨੇ ਲਾਏ ਜਾ ਰਹੇ ਨੇ, ਅੰਦੋਲਨ ਕੀਤੇ ਜਾ ਰਹੇ ਨੇ, ਸੜਕਾਂ 'ਤੇ ਰੇਲਾਂ ਰੋਕੀਆਂ ਗਈਆਂ ਨੇ, ਥਾਂ 'ਤੇ ਬੈਠੇ ਹੋਏ ਨੇ ਕਿਸਾਨ, ਸ਼ੰਭੂ ਬੈਰੀਅਰ 'ਤੇ ਹੈ, ਅਤੇ ਪੰਜਾਬ ਦੇ ਵਿੱਚ ਹੋਰ ਬਹੁਤ ਅਹਿਮ ਥਾਵਾਂ 'ਤੇ ਫਲੋਰ ਰੇਲਵੇ ਸਟੇਸ਼ਨ 'ਤੇ ਪੱਕਾ ਜਿਹੜਾ ਇੱਕ ਨਾਕਾ ਲੱਗਾ ਹੋਇਆ ਰੇਲਾਂ ਰੋਕਣ ਲਈ। ਬਹੁਤ ਜਗ੍ਹਾ 'ਤੇ ਇਹ ਗੱਲ ਹੋਈ ਹੈ ਕਿ ਉੱਥੇ ਕੋਈ ਰਾਜਸੀ ਆਗੂ ਪਹੁੰਚੇ ਅਤੇ ਉਹਨਾਂ ਦਾ ਵਿਰੋਧ ਹੋਇਆ, ਕਿਸਾਨਾਂ ਵੱਲੋਂ ਕੀਤਾ ਗਿਆ ਜਾਂ ਉੱਥੇ ਮੌਜੂਦ ਲੋਕਾਂ ਵੱਲੋਂ ਕੀਤਾ ਗਿਆ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਕਿਸਾਨ ਵੀ ਤਾਂ ਇਸ ਗੱਲ 'ਚ ਕਲੀਅਰ ਨੇ ਕਿ ਇਹੀ ਜਿਹੜੇ ਰਾਜਨੀਤਿਕ ਲੋਕ ਹੁਣ ਤੱਕ ਇਹੀ ਜਿਹੜੇ ਬਿੱਲ ਨੇ ਜੀ ਇਹਨਾਂ ਨੂੰ ਸਪੋਰਟ ਕਰਦੇ ਸੀ ਜੀ। ਠੀਕ ਹੈ, ਬਿੱਲ ਹੁਣ ਪੇਸ਼ ਹੋਏ, ਐਕਟ ਹੁਣ ਬਣੇ ਜੀ, ਪਰ ਆਰਡੀਨੈਂਸ ਤਾਂ ਇਹ ਜੂਨ ਤੋਂ ਬਣੇ ਹੋਏ ਆ ਜੀ। ਉਸ ਵਕਤ ਤੋਂ ਇਹਨਾਂ ਨੇ ਕਿਸੇ ਨੇ ਇਹਦੇ ਖਿਲਾਫ ਕੁਛ ਨਹੀਂ ਬੋਲਿਆ ਜੀ। ਈਵਨ ਕਈ ਤਾਂ ਇਹਦੇ ਹੱਕ 'ਚ ਹੁਣ ਤੱਕ ਭੁਗਤਦੇ ਰਹੇ ਆ, ਇਹਦੀ ਸਪੋਰਟ 'ਚ ਕਿਸਾਨਾਂ ਨੂੰ ਸਮਝਾਉਂਦੇ ਰਹੇ ਆ ਕਿ ਤੁਸੀਂ ਇਹਦੀ ਮੁਖਾਲਫਤ ਨਾ ਕਰੋ, ਇਹ ਤੁਹਾਡੇ ਫਾਇਦੇ ਵਾਲੇ ਆ। ਤੇ ਹੁਣ ਜਦੋਂ ਉਹਨਾਂ ਨੇ ਦੇਖਿਆ ਕਿ ਕਿਸਾਨ ਪੂਰੀ ਤਰ੍ਹਾਂ ਇਹ 'ਤੇ ਡਟ ਚੁੱਕੇ ਆ ਤਾਂ ਉਹ ਬਦਲੇ ਆ। ਦੂਸਰੀ ਗੱਲ ਹੈ ਜਿਹੜੀ ਰੇਲ ਰੋਕਣ ਵਾਲਾ ਮਸਲਾ ਹੈ ਜੀ, ਇਹਦਾ ਬਹੁਤ ਚਾਹੇ ਇਫੈਕਟਿਵ ਹੋ ਰਿਹਾ ਜੀ, ਪਰ ਸੈਂਟਰ ਸਰਕਾਰ ਨੂੰ ਇਹਦਾ ਕੋਈ ਫਰਕ ਨਹੀਂ ਪੈ ਰਿਹਾ, ਉਹ ਇਹਨੂੰ ਪਰਵਾਹ ਹੀ ਨਹੀਂ ਕਰਦੀ। ਉਹ ਕਾਹਤੇ ਜੀ? ਉਹ ਇਸ ਲਈ ਹੈ ਵੀ ਜਿਹੜਾ ਰੇਲ ਰੋਕੋ ਪੰਜਾਬ ਦੇ ਵਿੱਚ ਹੁੰਦੀ ਹੈ ਜੀ, ਤਾਂ ਉਹਦਾ ਇਫੈਕਟ ਸਿਰਫ ਦੋ ਸੂਬਿਆਂ 'ਤੇ ਮੇਨਲੀ ਪੈਂਦਾ, ਜੰਮੂ ਕਸ਼ਮੀਰ, ਇੱਕ ਪੰਜਾਬ ਤੇ ਜੰਮੂ ਕਸ਼ਮੀਰ ਜੀ। ਤੇ ਦੋਏ ਸੂਬਿਆਂ ਨੂੰ ਤਾਂ ਇਹਨਾਂ ਨੇ ਕਦੇ ਪਛਾਣਿਆ ਹੀ ਨਹੀਂਗਾ ਜੀ ਜੀ ਜੀ। ਇਹਨਾਂ ਦਾ ਭਲਾ ਨਾ ਅੱਗੇ ਕਦੇ ਚਾਹਿਆ ਨਾ ਕਦੇ ਹੁਣ ਚਾਹੁੰਦੇ ਆ। ਜੇ ਇਹ ਦੋ ਸੂਬਿਆਂ ਨੂੰ ਇਫੈਕਟ ਹੁੰਦਾ ਹੈ ਤਾਂ ਕੇਂਦਰ ਸਰਕਾਰ ਤੇ ਇਹਦਾ ਕੋਈ ਬੜਾ ਫਰਕ ਨਹੀਂ ਪੈਂਦਾ। ਜੇ ਇਹੀ ਕੰਮ ਦਿੱਲੀ ਤੋਂ ਯੂਪੀ ਵੱਲ ਨੂੰ ਜਾਂ ਬਿਹਾਰ ਵੱਲ ਨੂੰ ਕਿਤੇ ਹੋਇਆ ਹੁੰਦਾ ਜਾਂ ਮੱਧ ਪ੍ਰਦੇਸ਼ 'ਚ ਹੁੰਦਾ,
ਫਿਰ ਇਹਨਾਂ ਨੂੰ ਤਕਲੀਫ ਹੋਣੀ ਸੀ ਕਿ ਬਾਕੀ ਹਿੰਦੁਸਤਾਨ ਜਿਹਨੂੰ ਇਹ ਆਪਣਾ ਸਮਝਦੇ ਆ, ਉੱਥੋਂ ਦੇ ਲੋਕਾਂ ਨੂੰ ਜਦੋਂ ਫਰਕ ਪੈਣਾ ਸੀ ਤਾਂ ਇਹਨਾਂ ਨੂੰ ਤਕਲੀਫ ਪਹੁੰਚਣੀ ਸੀ। ਪੰਜਾਬ ਦੇ ਤੇ ਕਸ਼ਮੀਰ ਦੇ ਲੋਕਾਂ ਨੂੰ ਫਰਕ ਪੈਣ ਦਾ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੋ ਰਹੀ। ਤੁਸੀਂ ਪਹਿਲਾਂ ਹੀ ਆਖ ਦਿੱਤਾ ਹੈ ਕਿ ਰਾਜਨੀਤਿਕ ਪਾਰਟੀਆਂ ਆਪਣਾ ਲਾਹਾ ਲੈਣ ਲਈ ਸਭ ਕੁਝ ਕਰ ਰਹੀਆਂ ਨੇ। ਸਡਨਲੀ ਉਹਨਾਂ ਨੂੰ ਅਚਾਨਕ ਕਿਸਾਨਾਂ ਦੇ ਵਿੱਚ ਵੋਟ ਬੈਂਕ ਦਿਸਣ ਲੱਗਾ ਹੈ, ਅਤੇ ਜਦ ਕਿ ਉਹ ਪਹਿਲਾਂ ਕਦੀ ਇਸ ਨੂੰ ਆਪਣਾ ਪੱਕਾ ਵੋਟ ਬੈਂਕ ਨਹੀਂ ਸਮਝਦੇ ਸਨ। ਹੋਰਨਾਂ ਵੱਲ ਬਹੁਤ ਧਿਆਨ ਜਾਂਦਾ ਸੀ, ਵਪਾਰੀਆਂ ਵੱਲ ਵੀ ਧਿਆਨ ਸੀ, ਮਜ਼ਦੂਰਾਂ ਵੱਲ ਵੀ ਧਿਆਨ ਹੋ ਜਾਂਦਾ ਸੀ, ਲੇਕਿਨ ਕਿਸਾਨਾਂ ਨੂੰ ਕਦੀ ਆਪਣੇ ਨਹੀਂ ਸਮਝਿਆ ਗਿਆ ਰਾਜਨੀਤਿਕ ਪਾਰਟੀਆਂ ਵੱਲੋਂ। ਹੁਣ ਜੋ ਪੈਂਤੜੇ ਅਪਣਾਏ ਗਏ ਨੇ, ਖਾਸ ਤੌਰ 'ਤੇ ਅਕਾਲੀ ਦਲ ਵੱਲੋਂ, ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਚੁੱਪ ਨੇ, ਉਹ ਤਾਂ ਕੁਝ ਕਹਿ ਨਹੀਂ ਰਹੇ, ਉਹ ਤਾਂ ਸਪੋਰਟ ਕਰ ਰਹੇ ਨੇ ਇਹਨਾਂ ਆਰਡੀਨੈਂਸਿਸ ਦੀ। ਸਨੀ ਦਿਓਲ ਨੇ ਸਪੋਰਟ ਕੀਤੀ ਹੈ, ਹੰਸਰਾਜ ਹੰਸ ਨੇ ਸਪੋਰਟ ਕੀਤੀ ਹੈ ਜੋ ਪੰਜਾਬ ਦੇ ਨੇ, ਔਰ ਸਨੀ ਦਿਓਲ ਗੁਰਦਾਸਪੁਰ ਤੋਂ ਬਣੇ ਹੋਏ ਨੇ, ਹੰਸਰਾਜ ਹੰਸ ਜਿਹੜੇ ਦਿੱਲੀ ਤੋਂ ਜਾ ਕੇ MP ਚੁਣੇ ਗਏ ਨੇ। ਆਪਾਂ ਅਕਾਲੀ ਦਲ ਦੀ ਗੱਲ ਕਰਦੇ ਹਾਂ। ਮਾਰਚ ਕੱਢਿਆ ਗਿਆ, ਤਿੰਨੇ ਤਖਤ ਸਾਹਿਬਾਨ ਤੋਂ ਮਾਰਚ ਕੱਢ ਕੇ, ਰੈਲੀ ਕੱਢ ਕੇ ਚੰਡੀਗੜ੍ਹ ਉਹ ਪਹੁੰਚੇ ਨੇ। ਉਸ ਤੋਂ ਇਲਾਵਾ ਕੱਲ੍ਹ ਜਿਹੜੀ ਰੈਲੀ ਕੀਤੀ ਗਈ ਕਾਂਗਰਸ ਵੱਲੋਂ, ਉਹ ਰਾਹੁਲ ਗਾਂਧੀ ਆਏ ਨੇ ਔਰ ਨਵਜੋਤ ਸਿੱਧੂ ਵੀ ਬਾਹਰ ਨਿਕਲੇ ਨੇ। ਤੁਸੀਂ ਇਹ ਕੀ ਸਮਝਦੇ ਹੋ ਕਿ ਆਰਡੀਨੈਂਸ ਤਾਂ ਕੇਂਦਰ ਦੀ ਸਰਕਾਰ ਨੇ ਪਾਸ ਕੀਤੇ ਨੇ, ਅਤੇ ਅਕਾਲੀ ਦਲ ਵਾਲੇ ਚੰਡੀਗੜ੍ਹ ਕੀ ਲੈਣ ਗਏ ਨੇ, ਅਤੇ ਰਾਹੁਲ ਜੀ ਪੰਜਾਬ ਕੀ ਕਰਨ ਆਏ ਨੇ? ਇਸ ਗੱਲ ਦਾ ਕੋਈ ਤੁਹਾਨੂੰ ਸਮਝ ਲੱਗੀ ਹੋਵੇ ਤਾਂ ਸਾਨੂੰ ਜ਼ਰੂਰ ਦੱਸੋ। ਇਹਦੇ 'ਚ ਤਾਂ ਦੋਨਾਂ ਦਾ ਜਿਹੜਾ ਉਦੇਸ਼ ਹੈ ਇੱਕੋ ਹੀ ਹੈ, ਕਿਉਂਕਿ ਉਹ ਲੋਕਾਂ ਨੂੰ, ਪੰਜਾਬ ਦਿਆਂ ਨੂੰ ਇਹ ਦਿਖਾਉਣਾ ਚਾਹੁੰਦੇ ਆ ਕਿ ਕਿਸਾਨੀ ਦਾ ਜਿਹੜਾ ਮਸਲਾ ਹੈ, ਅਸੀਂ ਇਹਦੇ 'ਚ ਕਿਸਾਨਾਂ ਦੇ ਜ਼ਿਆਦਾ ਹਮਦਰਦ ਹੈ। ਇਹ ਇੱਕ ਰੇਸ ਲੱਗੀ ਹੋਈ ਹੈ ਇਹਨਾਂ ਦੇ ਵਿੱਚ ਕਿ ਕੌਣ ਆਪਣੇ ਆਪ ਨੂੰ ਵੱਧ ਹਮਦਰਦ ਦਿਖਾ ਸਕਦਾ ਹੈ। ਉਹਦੇ ਵਿੱਚ ਹੀ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਅਕਾਲੀ ਦਲ ਵੱਲੋਂ ਜਿਹੜੇ 3 ਤਖਤਾਂ ਤੋਂ ਕੀਤੇ ਗਏ ਸੀ, ਬੇਸਿਕਲੀ ਤਾਂ ਜੇ ਤਖਤਾਂ ਤੋਂ ਕੋਈ ਵੀ ਅਸੀਂ ਮਾਰਚ ਸ਼ੁਰੂ ਕਰਦੇ ਆ, ਉਹਦਾ ਮਕਸਦ ਹੁੰਦਾ ਹੈ ਕਿ ਇਹਦੇ ਨਾਲ ਕੋਈ ਨਾ ਕੋਈ ਧਾਰਮਿਕ ਇਸ਼ੂ ਜੁੜਿਆ ਹੋਇਆ ਹੈ। ਬਿਲਕੁਲ। ਜਿਹੜਾ ਕਿਸਾਨੀ ਦਾ ਮੁੱਦਾ ਹੈ, ਇਹ ਠੀਕ ਹੈ, ਪੰਜਾਬ ਲਈ ਬਹੁਤ ਵੱਡਾ ਮੁੱਦਾ ਹੈ, ਪਰ ਧਰਮ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ। ਇਹ ਬੇਸਿਕਲੀ ਇਕਨੋਮਿਕ ਮੁੱਦਾ ਹੈ। ਬਿਲਕੁਲ। ਪਰ ਇਹਦੇ 'ਚ ਜੋ ਕਿ ਮੁੱਢ ਤੋਂ ਇਹਨਾਂ ਦੀ ਇਹ ਕੋਸ਼ਿਸ਼ ਰਹੀ ਹੈ ਕਿ ਧਰਮ ਨੂੰ ਆਪਣੀ ਸਿਆਸਤ ਲਈ ਵਰਤਣਾ, ਉਸ ਦਾ ਇੱਕ ਹਿੱਸਾ ਇਹ ਵੀ ਹੈ ਕਿ ਇਸ ਵਕਤ ਆਪਣੇ ਆਪ ਨੂੰ ਲੋਕਾਂ ਦੇ ਨਾਲ ਜੋੜਨ ਦੇ ਲਈ, ਫਾਰਮਰ ਦਾ ਹੇਤੂ ਦਿਖਾਉਣ ਦੇ ਲਈ ਥੋੜ੍ਹਾ ਜਿਹਾ ਧਰਮ ਦਾ ਵੀ ਇਹਦੇ 'ਚ ਆਸਰਾ ਲੈਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ। ਅਤੇ ਇਹ ਵੀ ਇਹਦਾ 'ਚ ਇੱਕ ਅਸਰ ਹੈਗਾ ਕਿ ਸ਼ਾਇਦ ਲੋਕਾਂ ਦਾ ਜਿਹੜਾ ਇਹ 'ਚ ਜੁੜਨ ਦਾ ਇੱਕ ਵੱਡਾ ਕਾਰਨ ਬਣ ਸਕੇ ਜੇ ਅਸੀਂ ਇਹਨਾਂ ਨੂੰ ਤਖਤਾਂ ਤੋਂ ਆਰੰਭ ਕਰਾਂਗੇ। ਅਤੇ ਚੰਡੀਗੜ੍ਹ ਜਿਹੜਾ ਲਿਜਾਣ ਦਾ ਤੁਸੀਂ ਪੁੱਛਿਆ ਵੀ ਚੰਡੀਗੜ੍ਹ ਤੱਕ ਕਿਉਂ ਗਏ ਹੈ, ਵੀ ਕੇਂਦਰ ਨੇ ਕੀਤਾ। ਜੇ ਅਕਾਲੀ ਦਲ ਦਿੱਲੀ ਨੂੰ ਲੈ ਕੇ ਚਲਾ ਜਾਂਦਾ ਆਪਣਾ ਮਾਰਚ, ਤਾਂ ਉਹਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਮਿਲਣਾ ਇਲੈਕਟਰਲ, ਜੇ ਆਪਾਂ ਦੇਖੀਏ ਵੋਟਾਂ ਦੇ ਸੰਬੰਧ 'ਚ, ਕਿਉਂਕਿ ਇਹਦਾ ਜਿਹੜਾ ਮੇਨ ਬੇਸ ਹੈ ਅਕਾਲੀ ਦਲ ਦਾ, ਉਹ ਪੰਜਾਬ 'ਚ ਹੈ। ਇਸ ਕਰਕੇ ਇਹਨਾਂ ਨੇ ਦਿਖਾਉਣ ਦੀ ਕੋਸ਼ਿਸ਼ ਵੀ ਪੰਜਾਬ 'ਚ ਹੀ ਕਰਨੀ ਹੈ। ਹਰਿਆਣਾ ਜਾਂ ਦਿੱਲੀ 'ਚ ਦਿਖਾਉਣ ਦਾ ਇਹਨਾਂ ਨੂੰ ਫਾਇਦਾ ਕੋਈ ਨਹੀਂ। ਉੱਥੇ ਜਾਣ ਦਾ ਇਸ ਖੇਤੀ ਬਿੱਲਾਂ ਸੰਬੰਧੀ ਫਾਇਦਾ ਤਾਂ ਹੋ ਸਕਦਾ ਸੀ ਕੋਈ, ਪਰ ਵੋਟਾਂ ਲੈਣ ਦੇ ਵਿੱਚ ਕੋਈ ਫਾਇਦਾ ਨਹੀਂ ਸੀ ਹੋ ਸਕਦਾ। ਇਸ ਲਈ ਇਹਨਾਂ ਨੇ ਕੋਸ਼ਿਸ਼ ਜਿਹੜੀ ਹੈ ਪੰਜਾਬ 'ਚ ਕੀਤੀ ਹੈ। ਇਸੇ ਤਰ੍ਹਾਂ ਇਸ ਵਕਤ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਕਾਂਗਰਸ ਦੀ ਹੈ, ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਉਹਨਾਂ ਦੇ ਸਾਥੀ ਉਹ ਵੀ ਇਹੀ ਸਮਝਦੇ ਹੈ ਕਿ ਜੇ ਅਸੀਂ ਆਪਣੀ ਹਾਜ਼ਰੀ ਪੂਰੀ ਤਰ੍ਹਾਂ ਨਹੀਂ ਲਵਾਉਂਦੇ ਤਾਂ ਅਸੀਂ ਪੰਜਾਬ ਦੇ ਵਿੱਚ ਅਕਾਲੀਆਂ ਤੋਂ ਪਛੜ ਸਕਦੇ ਹਾਂ। ਉਸ ਆਪਣੀ ਕਮੀ ਨੂੰ ਪੂਰੀ ਕਰਨ ਦੇ ਲਈ ਉਹਨਾਂ ਨੇ ਰਾਹੁਲ ਗਾਂਧੀ ਨੂੰ ਇੱਥੇ ਬੁਲਾਇਆ, ਅਤੇ ਉਹ ਹਾਜ਼ਰੀ ਉਹਦੀ ਪਵਾ ਕੇ ਆਪਣਾ ਜਿਹੜਾ ਘਟਦਾ ਹਿੱਸਾ ਹੈਗਾ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਭਾਰਤੀ ਕਿਸਾਨ ਯੂਨੀਅਨ ਅਤੇ ਹੋਰ ਜਿਹੜੀਆਂ ਕਿਸਾਨੀ ਨਾਲ ਸੰਬੰਧਿਤ ਜਥੇਬੰਦੀਆਂ ਨੇ, ਉਹਨਾਂ ਨੇ ਜੋ ਸੰਘਰਸ਼ ਵਿੱਢਿਆ ਹੋਇਆ ਪੰਜਾਬ ਦੇ ਵਿੱਚ, 50 ਦੇ ਕਰੀਬ ਮੁੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਦੱਸੀਆਂ ਜਾ ਰਹੀਆਂ ਨੇ ਇਸ ਵੇਲੇ ਪੰਜਾਬ ਦੇ ਵਿੱਚ। ਕੀ ਕਿਸਾਨ ਭੋਲੇ ਵੀ ਹੁੰਦੇ ਨੇ, ਔਰ ਕੀ ਇਹਨਾਂ ਦੇ ਇਸ ਪ੍ਰੋਗਰਾਮ ਨੂੰ, ਅੰਦੋਲਨ ਨੂੰ ਕਿਤੇ ਕੋਈ ਰਾਜਸੀ ਪਾਰਟੀ ਜਾਂ ਕੋਈ ਇਕੱਲਾ ਤੇ ਇਕੱਲਾ ਵਿਅਕਤੀ ਹਾਈਜੈਕ ਤਾਂ ਨਹੀਂ ਕਰ ਲਵੇਗਾ? ਦੇਖੋ, ਹਜੇ ਤੱਕ ਤਾਂ ਇਹੋ ਜਿਹੀ ਕੋਈ ਇੰਡੀਕੇਸ਼ਨ ਨਹੀਂ ਹੈ। ਚਾਹੇ ਆਪਾਂ ਕਹਿੰਦੇ ਹਾਂ ਵੀ ਕਿਸਾਨ ਭੋਲੇ ਹੁੰਦੇ ਆ, ਭੋਲਾ ਹੋਣਾ ਕੋਈ ਮਾੜੀ ਚੀਜ਼ ਨਹੀਂ ਹੈ, ਪਰ ਇੰਨਾ ਭੋਲਾ ਵੀ ਨਹੀਂ ਹੈ ਅੱਜ ਕੱਲ੍ਹ ਕਿਸਾਨ ਕਿ ਉਹ ਕਿਸੇ ਦੇ ਬਹਿਕਾਵੇ ਦੇ ਵਿੱਚ ਆ ਜਾਵੇ। ਜਿਹੜੀਆਂ ਆਹ 2-3 ਆਪਾਂ ਪਹਿਲਾਂ ਗੱਲ ਕੀਤੀ ਹੈ ਮਾਰਚ ਜਿਹੜੇ ਅਕਾਲੀ ਦਲ ਵੱਲੋਂ ਅਤੇ ਕਾਂਗਰਸ ਵੱਲੋਂ ਕੱਢੇ ਗਏ ਆ, ਇਹਨਾਂ 'ਚ ਉਹਨਾਂ ਦੇ ਆਪਦੇ ਝੰਡੇ ਤਾਂ ਬਹੁਤ ਦੇਖਣ ਨੂੰ ਮਿਲੇ ਆ, ਚਾਹੇ ਕਾਂਗਰਸ ਦੇ ਹੋਣ ਜਾਂ ਉਧਰ ਅਕਾਲੀਆਂ ਦੇ ਹੋਣ, ਪਰ ਜਿਹੜੇ ਕਿਸਾਨਾਂ ਦੀਆਂ ਯੂਨੀਅਨਾਂ ਦੇ ਹਰੇ ਝੰਡੇ ਆ ਉਹ ਕਿਸੇ ਮਾਰਚ ਦੇ ਵਿੱਚ ਵੀ ਦੇਖਣ ਨੂੰ ਨਹੀਂ ਮਿਲੇ। ਅੱਛਾ ਜੀ। ਜੇ ਕਿਸੇ ਸੋ ਇਹਨਾਂ ਦੇ ਆਪਣੇ ਵਰਕਰ ਸਨ ਬਹੁਤੇ, ਇਹਨਾਂ ਦੇ ਆਪਣੇ ਵਰਕਰ ਸੀ ਅਤੇ ਆਪਣੀਆਂ ਝੰਡੀਆਂ ਲੈ ਕੇ ਆਏ ਸੀ। ਜੇ ਕਿਸਾਨ ਯੂਨੀਅਨ ਹੁੰਦੀ ਤਾਂ ਉਹ ਆਪਣੇ ਝੰਡੇ ਲੈ ਕੇ ਵੀ ਨਾਲ ਸ਼ਾਮਲ ਹੋਈ ਹੁੰਦੀ। ਉੱਥੋਂ ਬੜਾ ਕਲੀਅਰ ਹੈ ਕਿ ਹਜੇ ਤੱਕ ਇਹੋ ਜਿਹਾ ਕੋਈ ਚੀਜ਼ ਨਜ਼ਰ ਨਹੀਂ ਆ ਰਹੀ, ਅਤੇ ਸੰਭਾਵਨਾ ਵੀ ਇਹੀ ਹੈਗੀ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਇਹਨਾਂ ਦੇ ਬਹਿਕਾਵੇ 'ਚ ਨਹੀਂ ਆਉਣਗੀਆਂ, ਉਹ ਆਪਣੇ ਤੌਰ 'ਤੇ ਸੰਘਰਸ਼ ਨੂੰ ਚਲਾਉਣ ਦੇ ਕਾਬਲ ਨੇ ਅਤੇ ਚਲਾਉਂਦੀਆਂ ਰਹਿਣਗੀਆਂ। ਕਿਸਾਨੀ ਜਿਹੜਾ ਸੰਘਰਸ਼ ਚੱਲ ਰਿਹਾ, ਇਸ ਦੇ ਬਾਰੇ ਗੱਲਬਾਤ ਕਰਨ ਲਈ ਬਹੁਤ ਸਾਰੇ ਲੋਕ ਜਿਹੜੇ ਨੇ, ਕਲਾਕਾਰ ਵੀ ਨਿਕਲ ਕੇ ਸਾਹਮਣੇ ਆਏ ਨੇ, ਅਤੇ ਉਹ ਲੋਕ ਵੀ ਸਾਹਮਣੇ ਆਏ ਨੇ ਜਿਹੜੇ ਬਹੁਤ ਦੇਰ ਤੋਂ ਚੁੱਪ ਬੈਠੇ ਹੋਏ ਸਨ।
ਭਾਵੇਂ ਉਹ ਕਲਾਕਾਰ ਹੋਣ ਜਾਂ ਕੋਈ ਖਿਡਾਰੀ ਹੋਣ, ਬਹੁਤ ਸਾਰੇ ਲੋਕ ਜਿਹੜੇ ਕਿਸਾਨਾਂ ਦੇ ਸਮਰਥਨ 'ਚ ਉਤਰੇ ਨੇ। ਤੇ ਨਵਜੋਤ ਸਿੰਘ ਸਿੱਧੂ ਉਹ ਬਾਹਰ ਨਿਕਲੇ ਨੇ ਔਰ ਅਗਿਆਤਵਾਸ ਉਹਨਾਂ ਨੇ ਇੱਕ ਅਪਣਾਇਆ ਹੋਇਆ ਸੀ, ਪਤਾ ਨਹੀਂ ਉਹ ਕਿੱਥੇ ਸਨ, ਨਾਰਾਜ਼ ਹੋ ਕੇ ਕੈਪਟਨ ਦੇ ਨਾਲ, ਤੇ ਉਹਨਾਂ ਨੇ ਇੱਕ ਚੁੱਪ ਧਾਰ ਲਈ ਸੀ। ਤੇ ਉਸ ਚੁੱਪ ਤੋਂ ਬਾਅਦ ਹੁਣ ਉਹ ਦੁਬਾਰਾ ਸਟੇਜ ਤੇ ਕੁਝ ਬੋਲੇ ਨੇ। ਇਸ ਬਾਰੇ ਅਸੀਂ ਗੱਲਬਾਤ ਕਰਾਂਗੇ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। ਬ੍ਰੇਕ ਤੋਂ ਬਾਅਦ ਫਿਰ ਤੋਂ ਆਪ ਜੀ ਦਾ ਸਵਾਗਤ ਹੈ। ਪੰਜਾਬ ਦੇ ਕਿਸਾਨ ਅੰਦੋਲਨ ਦੀ ਗੱਲਬਾਤ ਕਰ ਰਹੇ ਹਾਂ। ਪੰਜਾਬ ਦਾ ਕਿਸਾਨ ਅੰਦੋਲਨ ਪੂਰੇ ਦੇਸ਼ ਤੱਕ ਆਪਣੀ ਆਵਾਜ਼ ਪਹੁੰਚਾ ਰਿਹਾ ਹੈ ਔਰ ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਦੇ ਜੋਗਿੰਦਰ ਯਾਦਵ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਬਾਕੀ ਦੇਸ਼ ਨੂੰ ਰਾਹ ਵਿਖਾਇਆ ਤੇ ਪੰਜਾਬ ਦੇ ਲੋਕ ਵੀ ਹੁਣ ਜਿਹੜੇ ਚੁੱਪ ਬੈਠੇ ਹੋਏ ਸਨ ਉਹ ਦੁਬਾਰਾ ਕੁਝ ਬੋਲਣ ਲੱਗੇ ਨੇ। ਗਰੇਵਾਲ ਸਾਹਿਬ, ਨਵਜੋਤ ਸਿੱਧੂ ਦੀ ਗੱਲ ਕਰਦੇ ਹਾਂ। ਇੰਨੀ ਦੇਰ ਚੁੱਪ ਬੈਠ ਕੇ ਤੇ ਕੱਲ ਰੈਲੀ ਦੇ ਵਿੱਚ ਇਸ ਤਰ੍ਹਾਂ ਬੋਲੇ ਨੇ ਤੇ ਜਿਵੇਂ ਕਦੀ ਕੋਈ ਗੱਲ ਹੀ ਨਹੀਂ ਹੋਈ ਹੁੰਦੀ। ਹਰੀਸ਼ ਰਾਵਤ ਵੀ ਉੱਥੇ ਆਏ ਨੇ ਜਿਨ੍ਹਾਂ ਨੂੰ ਪੰਜਾਬ ਦੇ ਨਵੇਂ ਇੰਚਾਰਜ ਲਾਇਆ ਗਿਆ ਹੈ। ਇਹ ਕੁਝ ਰਾਜਨੀਤਿਕ ਉਥਲ-ਪੁਥਲ ਦਾ ਸੰਕੇਤ ਵੀ ਹੋ ਸਕਦਾ ਹੈ। ਨਵਜੋਤ ਸਿੱਧੂ ਕਾਫੀ ਦੇਰ ਤੋਂ ਬਹੁਤ ਚੁੱਪ ਸੀਗੇ, ਖਾਸ ਕਰਕੇ ਜਦੋਂ ਕੈਪਟਨ ਸਾਹਿਬ ਦੇ ਨਾਲ ਉਹਨਾਂ ਦੇ ਥੋੜ੍ਹਾ ਜਿਹਾ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਜੀ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਸਿਆਸਤ ਤੋਂ ਬਿਲਕੁਲ ਲਾਂਭੇ ਹੀ ਕੀਤਾ ਹੋਇਆ ਸੀ ਜੀ। ਹਾਲਾਂਕਿ ਇਹ ਕੋਈ ਚੰਗੀ ਗੱਲ ਨਹੀਂ ਸੀ, ਕਿਉਂਕਿ ਜੇ ਉਹਨਾਂ ਦਾ ਕੋਈ ਡਿਫਰੈਂਸ ਹੈ, ਫਰਕ ਹੈ ਓਪੀਨੀਅਨ ਦਾ, ਤਾਂ ਉਹ ਕੈਪਟਨ ਸਾਹਿਬ ਨਾਲ ਹੋ ਸਕਦਾ ਹੈ। ਪਰ ਜਿਹੜਾ ਉਹਨਾਂ ਦਾ ਕੰਮ ਹੈ ਇੱਕ ਸਿਆਸਤਦਾਨ ਦੇ ਤੌਰ 'ਤੇ, ਜੇ ਉਹ ਚੁੱਪ ਕਰਕੇ ਘਰੇ ਹੀ ਬਹਿ ਜਾਣ ਤਾਂ ਉਹ ਕੰਮ ਬੜਾ ਪਿਛੜਦਾ ਹੈ, ਜਿਹੜਾ ਕਿ ਕਿਸੇ ਵੀ ਪੋਲੀਟੀਸ਼ੀਅਨ ਦੇ ਲਈ ਚੰਗਾ ਨਹੀਂ ਹੁੰਦਾ ਜੀ। ਤੇ ਹੁਣ ਜਿਹੜੀ ਗੱਲ ਲੱਗਦੀ ਹੈ, ਕਿਉਂਕਿ ਉਹਨਾਂ ਨੂੰ ਇਕੱਲਿਆਂ ਨੂੰ ਆ ਕੇ ਜਿਹੜੇ ਪੰਜਾਬ ਦੇ ਹੁਣ ਇੰਚਾਰਜ ਬਣੇ ਹੋਏ ਹੈ ਹਰੀਸ਼ ਰਾਵਤ ਜੀ, ਉਹ ਇਕੱਲਿਆਂ ਨੂੰ ਉਹਨਾਂ ਨੇ ਮੀਟਿੰਗ ਕੀਤੀ ਹੈ ਤੇ ਉੱਥੇ ਬੈਠ ਕੇ ਗੱਲ ਹੋਈ ਹੈ। ਹੋ ਸਕਦਾ ਇਹਨਾਂ ਨੂੰ ਕੋਈ ਉਹਨਾਂ ਨੇ ਕਿਸੇ ਕਿਸਮ ਦੀ ਗੱਲ ਸਮਝਾਈ ਹੋਵੇ ਜਾਂ ਆਖੀ ਹੋਵੇ ਜਾਂ ਕੋਈ ਵਾਅਦਾ ਕੀਤਾ ਹੋਵੇ ਜਿਹਦੇ ਨਾਲ ਇਹ ਬਾਹਰ ਨਿਕਲੇ ਹੈ। ਤੇ ਬਾਹਰ ਨਿਕਲਦੇ ਜਿਹੜੀ ਕੱਲ ਹੁਣ ਸਟੇਜ ਦੇ ਉੱਤੇ ਉਹਨਾਂ ਨੇ ਫਿਰ ਬੜੀ ਪ੍ਰਭਾਵਸ਼ਾਲੀ ਭਾਸ਼ਣ ਕੀਤਾ ਜਿਹੜਾ ਕਿ ਹੁਣ ਪਿਛਲੇ ਕੁਝ ਸਮੇਂ ਦੇ ਵਿੱਚ 10 ਕੁ ਦਿਨਾਂ ਤੋਂ ਇੱਕ ਜਿਵੇਂ ਕਹਿ ਸਕਦੇ ਹਾਂ ਅਸੀਂ ਭਾਸ਼ਣ ਪ੍ਰਤੀਯੋਗਤਾ ਚੱਲ ਰਹੀ ਹੈ ਪੋਲੀਟੀਕਲ ਲੀਡਰਸ ਦੀ, ਉਹਦੇ 'ਚੋਂ ਸ਼ਾਇਦ ਇਹ ਫਸਟ ਵੀ ਆ ਜਾਣ ਭਾਸ਼ਣ ਪ੍ਰਤੀਯੋਗਤਾ ਤੱਕ। ਠੀਕ ਹੈ ਜੀ। ਪਰ ਜੇ ਉਹਨੂੰ ਅੱਗੇ ਲਾਗੂ ਕਰਨ ਦੀ ਜਾਂ ਉਹਦੇ 'ਚੋਂ ਕੁਝ ਨਿਕਲਣ ਦੀ ਗੱਲ ਹੈ, ਉਹ ਔਨ ਫੀਲਡ ਇਹਦੇ 'ਚ ਕੁਝ ਨਹੀਂ ਨਿਕਲ ਰਿਹਾ ਜੀ। ਕਿਉਂਕਿ ਸਿੱਧੂ ਸਾਹਿਬ ਦਾ ਪਹਿਲਾਂ ਵੀ ਇਹ ਦੇਖਿਆ ਜਾਂਦਾ ਹੈ ਕਿ ਭਾਸ਼ਣ ਬੜਾ ਵਧੀਆ ਕਰਦੇ ਆ, ਪਰ ਉਹਦੀ ਫੋਲੋ ਅਪ ਲਈ ਜਾਂ ਉਹਦਾ ਚੰਗਾ ਕੰਮ ਕਰਕੇ ਦਿਖਾਉਣ ਦੇ ਲਈ ਉਹ ਉਹਨਾਂ ਨੇ ਕਦੇ ਵੀ ਕੋਈ ਪਹਿਲ ਕਰਨੀ ਬਹੁਤੀ ਨਹੀਂ ਕੀਤੀ ਜੀ। ਭਾਸ਼ਣ ਕੱਲਾ ਕਰਨ ਦੇ ਨਾਲ ਕਿਸੇ ਦਾ ਢਿੱਡ ਨਹੀਂ ਭਰਦਾ ਜੀ। ਗੱਲ ਤਾਂ ਬਣਦੀ ਹੈ ਜੇ ਅਸੀਂ ਫੀਲਡ ਦੇ ਵਿੱਚ ਵੀ ਉਹਦੇ ਬਾਰੇ ਕੁਝ ਕਰੀਏ ਜੀ। ਹਾਂ, ਗੱਲਾਂ ਉਹਨਾਂ ਨੇ 2-3 ਬੜੀਆਂ ਅੱਛੀਆਂ ਕੀਤੀਆਂ। ਜਿਹੜੀ ਪਹਿਲੀ ਗੱਲ ਉਹਨਾਂ ਨੇ ਕੀਤੀ ਹੈ ਫੈਡਰਲ ਢਾਂਚੇ ਦੀ ਜੀ, ਕਿ ਜਿਹੜੇ ਇਹ ਕਿਸਾਨੀ ਬਿੱਲ ਨੇ ਇਹ ਫੈਡਰਲ ਸਿਸਟਮ ਜਿਹੜਾ ਸਾਡੇ ਕੌਨਸਟੀਟਿਊਸ਼ਨ ਦਾ ਇੱਕ ਮੁੱਖ ਹਿੱਸਾ ਹੈ ਉਹਦੇ 'ਤੇ ਹਮਲਾ ਹੈ, ਕਿਉਂਕਿ ਐਗਰੀਕਲਚਰ ਜਿਹੜਾ ਹੈਗਾ ਉਹ ਸਟੇਟ ਸਬਜੈਕਟ ਹੈ ਤੇ ਸੈਂਟਰ ਵੱਲੋਂ ਇਹ ਬਿੱਲ ਪੇਸ਼ ਕਰਨੇ ਜੀ। ਨਾਲ ਹੀ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਇਹ ਬੜਾ ਵੱਡਾ ਡਾਕਾ ਹੈ ਸਾਡੇ ਹੱਕਾਂ ਉੱਪਰ। ਹੱਕ ਸੰਵਿਧਾਨਕ ਵੀ ਹੋ ਗਏ, ਦੂਜੇ ਪਾਸੇ ਜਿਹੜੇ ਇਕਨੋਮਿਕ ਵੀ ਹੋ ਗਏ, ਜਿਹੜੀ ਕਿਸਾਨਾਂ ਦੀ ਕਮਾਈ ਦਾ ਜ਼ਰੀਆ ਹੈਗਾ ਉਹਦੇ ਉੱਤੇ ਵੀ ਡਾਕਾ ਹੈ, ਉਹਦੀ ਵੀ ਉਹਨਾਂ ਨੇ ਗੱਲ ਕੀਤੀ ਹੈ। ਨਾਲ ਉਹਨਾਂ ਨੇ ਇਹ ਵੀ ਗੱਲ ਇੱਕ ਵਧੀਆ ਕਹੀ ਹੈ ਕਿ ਜਿਹੜੇ ਇਹ ਕਾਨੂੰਨ ਜਿਹੜੇ ਹੁਣ ਜਿਸ ਰਾਹਾਂ ਦੇ ਉੱਤੇ ਪਾਉਣ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਕਾਨੂੰਨਾਂ ਰਾਹੀਂ, ਜਿਹੜਾ ਫੋਕਸ ਤੱਕ ਜਿਹੜਾ ਹੈਗਾ ਫਰੋਮ ਫਾਰਮ ਟੂ ਫੋਕਸ ਦਾ ਇੱਕ ਸਿਸਟਮ ਹੈ ਜਿਹੜਾ ਯੂਰਪ ਦੇ ਵਿੱਚ ਤੇ USA ਦੇ ਵਿੱਚ ਪਹਿਲਾਂ ਕਾਫੀ ਪ੍ਰਚਲਿਤ ਰਿਹਾ ਹੈ, ਪਰ ਉੱਥੇ ਵੀ ਹੁਣ ਇਹਦੇ ਜਿਹੜੇ ਇਫੈਕਟਸ ਨੇ ਉਹ ਬਹੁਤ ਚੰਗੇ ਨਹੀਂ ਪਾਏ ਜਾ ਰਹੇ, ਉਹ ਫੇਲ ਹੋਣ ਵੱਲ ਨੂੰ ਜਾ ਰਿਹਾ ਹੈ ਜਿਹੜਾ ਇਹ ਹਿੰਦੁਸਤਾਨ ਦੇ ਵਿੱਚ ਹੁਣ ਉਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਪੋਜ਼ੀਟਿਵ ਗੱਲ ਇਹਨਾਂ ਨੇ ਜ਼ਰੂਰ ਕਹੀ ਹੈ, ਉਹ ਇਹ ਹੈਗਾ ਕਿ ਪੰਜਾਬ ਸਰਕਾਰ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ MSP ਨੂੰ ਕਿਸ ਤਰੀਕੇ ਨਾਲ ਬਰਕਰਾਰ ਰੱਖਣਾ ਹੈ ਤੇ ਉਸ ਚੀਜ਼ ਨੂੰ ਲਾਗੂ ਕਰਨ ਦੇ ਲਈ ਇੱਕ ਸਪੈਸ਼ਲ ਸੈਸ਼ਨ ਬਣਾਉਣ ਦੀ ਵੀ ਉਹਨਾਂ ਨੇ ਗੱਲ ਕੀਤੀ ਹੈ। ਉਹ ਆਪ ਇਸ ਸਰਕਾਰ ਦਾ ਹਿੱਸਾ ਨੇ, ਉਹਨਾਂ ਦਾ ਕਹਿਣਾ ਇਹ ਮਹੱਤਵਪੂਰਨ ਹੈ ਜੇ ਇਹ ਚੀਜ਼ ਸੱਚੀ ਕੀਤੀ ਜਾਵੇ ਤੇ ਉਹ ਬਿਲਕੁਲ ਸਹੀ ਢੰਗ ਦੇ ਨਾਲ ਇਹ ਵਿਚਾਰ ਕਰਕੇ ਕੋਈ ਰੀਅਲੀ ਕੱਢਿਆ ਜਾ ਸਕਦਾ ਹੈ, ਜਿਹੜੀ ਕਿ ਹਜੇ ਸੰਭਾਵਨਾ ਬਹੁਤ ਘੱਟ ਲੱਗਦੀ ਹੈ। ਉਹਨਾਂ ਦੀ ਸਪੀਚ ਜਾਂ ਉਹਨਾਂ ਦੇ ਸਟੇਜ 'ਤੇ ਆਉਣ ਦਾ ਕੋਈ ਐਕਸ਼ਨ ਰਿਐਕਸ਼ਨ ਕੈਪਟਨ ਸਾਹਿਬ ਵੱਲੋਂ ਆਇਆ ਹੋਵੇ ਤਾਂ ਸਾਨੂੰ ਦੱਸੋ। ਤੇ ਕੈਪਟਨ ਸਾਹਿਬ ਨੇ ਹਜੇ ਸਿੱਧਾ ਰਿਐਕਸ਼ਨ ਤਾਂ ਨਹੀਂ ਕੀਤਾ, ਪਰ ਜਦੋਂ ਸਟੇਜ 'ਤੇ ਸਿੱਧੂ ਸਾਹਿਬ ਬੋਲ ਰਹੇ ਸੀ ਉਦੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਉਹਨਾਂ ਨੂੰ ਆਪਣੀ ਸਪੀਚ ਥੋੜ੍ਹੀ ਜਿਹੀ ਕੱਟ ਸ਼ਾਰਟ ਕਰਨ ਦੇ ਲਈ ਜ਼ਰੂਰ ਸੰਕੇਤ ਦਿੱਤਾ ਸੀਗਾ ਤੇ ਇਹਦੇ 'ਤੇ ਉਹਨਾਂ ਨੇ ਰਿਐਕਟ ਵੀ ਬੜਾ ਬੁਰੀ ਤਰ੍ਹਾਂ ਕੀਤਾ ਵੀ ਮੈਂ ਤਾਂ ਪਹਿਲਾਂ ਹੀ ਬਿਠਾਇਆ ਹੋਇਆ, ਹੁਣ ਤਾਂ ਮੈਨੂੰ ਬੋਲ ਲੈਣ ਦਿਓ, ਹੁਣ ਨਾ ਮੈਨੂੰ ਰੋਕੋ। ਇਹ ਉਹਨਾਂ ਨੇ ਰਿਐਕਟ ਵੀ ਕੀਤਾ। ਉਹ ਥੋੜ੍ਹੇ ਜਿਹੇ ਇਹਨਾਂ ਦੀ ਪਾਰਟੀ ਦੇ ਜਿਹੜੇ ਅੰਦਰੂਨੀ ਹਾਲਾਤ ਨੇ ਉਹਦਾ ਵੀ ਇੱਕ ਸੰਕੇਤ ਉਹਦੇ ਤੋਂ ਮਿਲਦਾ ਹੈਗਾ ਜੀ। ਨਵਜੋਤ ਸਿੱਧੂ ਦੇ ਬਾਰੇ ਗੱਲਬਾਤ ਹੋਈ ਹੈ
ਤੇ ਗੱਲਬਾਤ ਅਸੀਂ ਹੁਣ ਕਿਸਾਨ ਅੰਦੋਲਨ ਤੋਂ ਅੱਗੇ ਲੈ ਕੇ ਚੱਲਦੇ ਹਾਂ। ਕਰਤਾਰਪੁਰ ਲਾਂਘਾ, ਜਿਸ ਦਾ ਪੂਰੀ ਦੁਨੀਆ ਦੇ ਵਿੱਚ ਕਾਫੀ ਜਿਹੜਾ ਪ੍ਰਚਾਰ ਕੀਤਾ ਗਿਆ, ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਸੀ ਉਹ ਖੋਲ੍ਹਿਆ ਗਿਆ, ਪਾਕਿਸਤਾਨ ਵੱਲੋਂ ਇਜਾਜ਼ਤ ਦਿੱਤੀ ਗਈ। ਹਾਲਾਂਕਿ ਜਦੋਂ ਇਸ ਨੂੰ ਨਜ਼ਦੀਕ ਤੋਂ ਵੇਖਿਆ ਗਿਆ ਔਰ ਰਸਤਾ ਸਹੀ ਮਾਇਨੇ ਦੇ ਵਿੱਚ ਖੁੱਲ੍ਹਿਆ, ਤੇ ਜਿਨ੍ਹਾਂ ਲੋਕਾਂ ਨੇ ਅੜਚਣਾਂ ਡਾਹੀਆਂ ਉਹਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਵੀ ਆਉਂਦਾ, ਜਿਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਨਾਲ ਪੰਜਾਬ ਵਿੱਚ ਅੱਤਵਾਦ ਦੁਬਾਰਾ ਫੈਲ ਸਕਦਾ ਹੈ। ਉੱਥੇ ਗਿਆ ਸ਼ਰਧਾਲੂਆਂ ਨੂੰ ਕੋਈ ਟ੍ਰੇਨਿੰਗ ਵੀ ਦੇ ਸਕਦਾ ਹੈ ਅੱਤਵਾਦੀਆਂ ਦੀ, ਇਹੋ ਜਿਹੀਆਂ ਗੱਲਾਂ ਵੀ ਉਹਨਾਂ ਨੇ ਕੀਤੀਆਂ। ਨਵਜੋਤ ਸਿੱਧੂ ਅਜਿਹੇ ਵਿਅਕਤੀ ਸਨ ਜਿਨ੍ਹਾਂ ਦੇ ਬਾਰੇ ਮੰਨਿਆ ਜਾਂਦਾ ਕਿ ਸਿੱਧੇ ਤੌਰ ਤੇ ਇਹਨਾਂ ਨੇ ਕੋਈ ਇਮਰਾਨ ਖਾਨ ਦੇ ਨਾਲ ਆਪਣੀ ਦੋਸਤੀ ਦੇ ਵਿੱਚੋਂ ਕੋਈ ਇਹੋ ਜਿਹੀ ਗੱਲ ਕੱਢੀ ਹੈ ਜਿਸ ਦੇ ਨਾਲ ਪਾਕਿਸਤਾਨ ਦੇ ਆਰਮੀ ਚੀਫ ਨੇ ਜਿਹੜੀ ਆ ਉਹ ਸਰਹੱਦ ਖੋਲ੍ਹਣ ਦੀ ਗੱਲ ਕੀਤੀ ਹੈ। ਸਰਹੱਦ ਖੋਲ੍ਹੀ ਉਹਨਾਂ ਨੇ, ਸ਼ਰਧਾਲੂ ਗਏ, ਥੋੜ੍ਹਾ ਸਮਾਂ ਗਏ, ਕਰੋਨਾ ਮਹਾਮਾਰੀ ਆ ਗਈ ਤੇ ਸਰਹੱਦ ਜਿਹੜੀ ਸੀ ਉਹ ਬੰਦ ਕਰ ਦਿੱਤੀ ਗਈ, ਲਾਂਘਾ ਬੰਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਪਾਕਿਸਤਾਨ ਨੇ ਪਿਛਲੇ ਦਿਨਾਂ ਦੇ ਵਿੱਚ ਉਸ ਨੂੰ ਖੋਲ੍ਹ ਦਿੱਤਾ ਸੀ। ਭਾਰਤ ਵੱਲੋਂ ਕੀ ਸਥਿਤੀ ਹੈ ਇਹ ਦੱਸੋ। ਦੇਖੋ, ਜਿਹੜੀ ਪਹਿਲੀ ਗੱਲ ਵੀ ਤੁਹਾਡੀ ਠੀਕ ਹੈ ਵੀ ਜਿਸ ਵਕਤ ਇਹ ਲਾਂਘਾ ਖੋਲ੍ਹਿਆ ਗਿਆ ਜੀ, ਉਦੋਂ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਇੱਕ ਕ੍ਰਿਕਟਰ ਦੇ ਤੌਰ ਤੇ ਜੀ, ਇਮਰਾਨ ਖਾਨ ਦੇ ਨਾਲ ਜਿਹੜਾ ਰਿਲੇਸ਼ਨ ਸੀ, ਜੀ, ਚਾਹੇ ਆਪਾਂ ਦੋਸਤੀ ਤਾਂ ਉਹਨੂੰ ਬਹੁਤ ਲੈਵਲ ਤੇ ਨਹੀਂ ਕਹਿ ਸਕਦੇ, ਜੀ, ਪਰ ਫਿਰ ਵੀ ਜਿਹੜੇ ਇੰਟਰਨੈਸ਼ਨਲ ਟੀਮਸ ਇਕੱਠੀਆਂ ਖੇਡਦੀਆਂ ਨੇ ਜੀ, ਉਹਨਾਂ ਦਾ ਆਪਸ 'ਚ ਕੁਝ ਚੰਗਾ ਅੰਡਰਸਟੈਂਡਿੰਗ ਹੋ ਜਾਂਦੀ ਹੈ। ਜੀ, ਤੇ ਇੱਕ ਸਪੋਰਟਸਮੈਨ ਦੀ ਜਿਹੜੀ ਸੋਚ ਹੈ ਜੀ, ਉਹ ਹਮੇਸ਼ਾ ਹੀ ਪੋਜ਼ਿਟਿਵ ਹੁੰਦੀ ਹੈ। ਜੀ, ਉਹ ਸਿੱਧੂ ਵੱਲੋਂ ਵੀ ਪੋਜ਼ਿਟਿਵ ਸੋਚ ਰੱਖੀ ਗਈ ਤੇ ਉਸੇ ਤਰ੍ਹਾਂ ਉਸ ਪੋਜ਼ਿਟਿਵ ਸੋਚ ਨੂੰ ਜਿਹੜਾ ਪੋਜ਼ਿਟਿਵ ਹੁੰਗਾਰਾ ਹੀ ਇਮਰਾਨ ਖਾਨ ਵੱਲੋਂ ਮਿਲਿਆ, ਜਿਹਦਾ ਰਿਜ਼ਲਟ ਕਾਫੀ ਹੱਦ ਤੱਕ ਅਸੀਂ ਕਹਿ ਸਕਦੇ ਹਾਂ ਕਿ ਇਹ ਸਿੱਧੂ ਦਾ ਤੇ ਇਮਰਾਨ ਦਾ ਜਿਹੜਾ ਆਪਸ 'ਚ ਅੱਛਾ ਰਿਲੇਸ਼ਨ ਸੀ, ਉਹਨੇ ਕਾਫੀ ਇਹਦੇ 'ਚ ਹੈਲਪਫੁਲ ਹੋਇਆ ਹੈਗਾ ਲਾਂਘਾ ਖੋਲ੍ਹਣ 'ਚ। ਜੀ, ਪਰ ਉਸ ਵਕਤ ਵੀ ਜੇ ਅਸੀਂ ਦੇਖੀਏ ਤੇ ਜਿਹੜੀ ਅਪਰੋਚ ਹੈ ਉਹ ਪਾਕਿਸਤਾਨ ਦੀ ਇਹਨੂੰ ਲਾਂਘੇ ਨੂੰ ਖੋਲ੍ਹਣ 'ਚ ਜ਼ਿਆਦਾ ਪੋਜ਼ਿਟਿਵ ਸੀ। ਜੀ, ਤੇ ਇੰਡੀਆ ਹਾਲਾਂਕਿ ਇਹਦਾ ਨੂੰ ਮਜਬੂਰੀ ਵਸ ਕਹਿ ਲਓ ਬਾਹਲਾ ਅਪੋਜ਼ ਨਹੀਂ ਸੀ ਕਰ ਸਕਦੇ, ਪਰ ਅੰਦਰੂਨੀ ਤੌਰ ਤੇ ਇਹਨਾਂ ਦੀ ਇੱਛਾ ਨਹੀਂ ਸੀ, ਇਹ ਬਾਹਲਾ ਚੰਗਾ ਨਹੀਂ ਸੀ ਸਮਝਦੇ। ਜੀ, ਜਿਹੜਾ ਕੈਪਟਨ ਸਾਹਿਬ ਦਾ ਵੀ ਬਿਆਨ ਸੀਗਾ ਇੱਕ ਐਜ਼ ਪੁਰਾਣਾ ਓਲਡ ਆਰਮੀ ਆਫੀਸਰ ਦੇ ਤੌਰ ਤੇ ਜੀ, ਵੀ ਇਹਦੇ ਨਾਲ ਇੱਥੇ ਟੈਰੋਰਿਜ਼ਮ ਜਾਂ ਅੱਤਵਾਦ ਆਉਣ ਦੀ ਸੰਭਾਵਨਾ ਹੈ, ਉਹ ਵੈਸੇ ਤਾਂ ਬੜਾ ਅਜੀਬ ਜਿਹਾ ਬਿਆਨ ਹੈ ਵੀ ਇੱਕ ਧਾਰਮਿਕ ਸਥਾਨ ਤੇ ਜੇ ਲੋਕ ਜਾਂਦੇ ਆ ਉੱਥੇ ਇਕੱਠੇ ਹੋ ਕੇ ਜਾਂਦੇ ਆ, ਕੋਈ ਬਾਹਰ ਟ੍ਰੇਨਿੰਗ ਕੈਂਪ 'ਚ ਨਹੀਂ ਜਾ ਸਕਦੇ, ਉੱਥੋਂ ਹੀ ਉਹਨਾਂ ਨੇ ਵਾਪਸ ਆ ਜਾਣਾ ਹੈ। ਉੱਥੇ ਕਿਹੜੀਆਂ ਕਲਾਸਾਂ ਤੇ ਕਿਸ ਤਰੀਕੇ ਦਾ ਕੋਈ ਕਲਾਸਾਂ ਲਾ ਕੇ ਉਹਨਾਂ ਨੂੰ ਕੋਈ ਸਿਖਾ ਸਕਦਾ ਜਾਂ ਸਮਝਾ ਸਕਦਾ, ਇਹਦੀ ਪੋਸੀਬਿਲਿਟੀ ਕੋਈ ਸਮਝ ਨਹੀਂ ਆਉਂਦੀ। ਤੇ ਅੱਜ ਵੀ ਜਿਹੜਾ ਹੁਣ ਹੋਇਆ ਇਹਨੂੰ ਆਪਾਂ ਉਸ ਐਂਗਲ ਤੋਂ ਤਾਂ ਨਹੀਂ ਲੈ ਸਕਦੇ, ਕਿਉਂਕਿ ਇਹਦੇ 'ਚ ਦੋ ਗੱਲਾਂ ਸਾਹਮਣੇ ਆਉਂਦੀਆਂ। ਕਿਉਂਕਿ ਜਿਹੜਾ ਹੁਣ ਇਹ ਬੰਦ ਕੀਤਾ ਗਿਆ ਸੀ ਇਹ ਬੇਸਿਕਲੀ ਕਰੋਨਾ ਕਰਕੇ ਹੀ ਕੀਤਾ ਗਿਆ ਸੀ, ਉਸ ਤੋਂ ਪਹਿਲਾਂ ਇਹ ਠੀਕ ਚੱਲ ਰਿਹਾ ਸੀ ਜੀ, ਤੇ ਹੁਣ ਪਾਕਿਸਤਾਨ ਨੇ ਤਾਂ ਆਪਣੇ ਵੱਲੋਂ ਖੋਲ੍ਹਤਾ ਹੈ ਜੀ। ਤੇ ਦੂਜੇ ਪਾਸੇ ਨਾਲ ਦੇਖਦੇ ਆ ਉਹਨਾਂ ਨੇ ਜਿਹੜਾ ਬਾਰਡਰ ਦੇ ਉੱਪਰ ਜਿਹੜੀ ਸ਼ਾਮ ਦੀ ਉੱਥੇ ਪਰੇਡ ਹੁੰਦੀ ਹੈ ਜੀ, ਜਿਹੜੀ ਜਿਸ ਵਕਤ ਝੰਡਾ ਡਾਊਨ ਕਰਦੇ ਆ, ਉਹ ਵੀ ਉਹਨਾਂ ਨੇ ਆਰੰਭ ਕਰਤੀ ਹੈ। ਅੱਛਾ ਜੀ। ਪਰ ਇੰਡੀਆ ਨੇ ਉਹ ਵੀ ਨਹੀਂ ਕੀਤੀ। ਦੋਨੋਂ ਚੀਜ਼ਾਂ, ਕਰਤਾਰਪੁਰ ਦਾ ਲਾਂਘਾ ਵੀ ਤੇ ਜਿਹੜੀ ਵਾਹਗਾ ਬਾਰਡਰ ਵਾਲੀ ਜਿਹੜੀ ਸੈਰੇਮਨੀ ਹੈਗੀ ਉਹ ਵੀ ਇੰਡੀਆ ਨੇ ਉਸੇ ਵਕਤ ਬੰਦ ਕੀਤੀ ਸੀ। ਕੋਈ ਕਾਰਨ ਦੱਸਿਆ ਗਿਆ? ਨਹੀਂ, ਉਹ ਕਰੋਨਾ ਦਾ ਹੀ ਦੱਸਿਆ ਗਿਆ ਸੀਗਾ ਨਾ ਜੀ। ਅੱਛਾ ਜੀ। ਤੇ ਹਜੇ ਤੱਕ ਉਹ ਇਹਨਾਂ ਨੇ ਉਹ ਵੀ ਚਾਲੂ ਨਹੀਂ ਕੀਤੀ। ਤੇ ਵੈਸੇ ਤਾਂ ਇਹਨਾਂ ਦਾ ਮਨ ਤਾਂ ਕਦੇ ਵੀ ਨਹੀਂ ਸੀਗਾ ਖੋਲ੍ਹਣ ਦਾ, ਤੇ ਇਹ ਵੀ ਹੋ ਸਕਦਾ ਕਿ ਕਰੋਨਾ ਦੇ ਬਹਾਨੇ ਇਹਨੂੰ ਹੋਰ ਪ੍ਰੋਲੋਂਗ ਕਰ ਲਿਆ ਜਾਵੇ, ਕਿਉਂਕਿ ਪੰਜਾਬ ਦੇ ਵਿੱਚ ਬਾਕੀ ਚੀਜ਼ਾਂ ਤਾਂ ਕਾਫੀ ਹੱਦ ਤੱਕ ਖੋਲ੍ਹੀਆਂ ਜਾ ਰਹੀਆਂ ਨੇ। ਈਵਨ 15 ਤਰੀਕ ਤੋਂ ਸਿਨੇਮਾ ਹਾਲਸ ਦਾ ਵੀ ਘੱਟ ਕਪੈਸਿਟੀ ਨਾਲ ਖੋਲ੍ਹਣ ਦੀ ਗੱਲ ਹੋ ਰਹੀ ਹੈ ਜੀ। ਤੇ ਉਸੇ ਤਰ੍ਹਾਂ ਜੇ ਖੋਲ੍ਹਣ ਦੀ ਇੱਛਾ ਹੋਵੇ ਤਾਂ ਇਹਦੇ 'ਤੇ ਵੀ ਕਪੈਸਿਟੀ ਜਿਹੜੀ ਹੈਗੀ ਉਹ ਘਟਾਈ ਜਾ ਸਕਦੀ ਹੈ, ਵੀ ਇੰਨੇ ਸ਼ਰਧਾਲੂ ਜਿਹੜੇ ਹੈਗੇ ਇਹ ਕਰਤਾਰਪੁਰ ਸਾਹਿਬ ਜਾ ਸਕਦੇ ਆ, ਉਹ ਕਪੈਸਿਟੀ ਘਟਾਤੀ ਜਾਵੇ ਤਾਂ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਗੀ। ਜੀ, ਜੀ, ਪਰ ਹਜੇ ਤੱਕ ਇਹਨਾਂ ਨੇ ਕੋਈ ਉਹੋ ਜਿਹਾ ਉਪਰਾਲਾ ਨਹੀਂ ਕੀਤਾ। ਜੋ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ ਹੈ, ਇਸ ਵਿੱਚ ਸ਼ਰਧਾਲੂ ਗਏ ਨੇ ਔਰ ਜਿਹੜੇ ਲੋਕ ਜਾਣਾ ਚਾਹੁੰਦੇ ਸਨ ਉਹਨਾਂ ਦੀ ਰਜਿਸਟ੍ਰੇਸ਼ਨ ਤੇ ਹੋਰ ਗੱਲਾਂ ਨੂੰ ਲੈ ਕੇ ਵੀ ਕਾਫੀ ਮੁਸ਼ਕਿਲਾਂ ਉਹਨਾਂ ਨੂੰ ਪੇਸ਼ ਆਈਆਂ। ਕੀ ਤੁਹਾਨੂੰ ਲੱਗਦਾ ਹੈ ਕਿ ਅਗਰ ਖੋਲ੍ਹਿਆ ਜਾਂਦਾ ਹੈ ਤਾਂ ਇਹਨਾਂ ਵੱਲੋਂ ਕੋਈ ਉਹਨਾਂ ਦਾ ਹੱਲ ਕੱਢਿਆ ਜਾਵੇਗਾ ਪੱਕੇ ਤੌਰ ਤੇ? ਦੇਖੋ, ਜੇਕਰ ਅਸੀਂ ਚਾਹੁੰਦੇ ਹਾਂ ਜੀ ਕਿ ਮੈਕਸੀਮਮ ਸ਼ਰਧਾਲੂ ਉੱਥੇ ਜਾਣ ਦਾ ਫਾਇਦਾ ਉਠਾ ਸਕਣ ਜੀ, ਤਾਂ ਜਿਹੜੀਆਂ ਫਾਰਮੈਲਿਟੀਜ਼ ਨੇ ਉਹ ਮਿਨੀਮਮ ਕਰਨ ਦੀ ਲੋੜ ਹੈ ਜੀ। ਤਾਂ ਕਿ ਦੇਖੋ ਉਹਨਾਂ ਕੋਲੇ ਕੋਈ ਪਾਸਪੋਰਟ ਦੀ ਵੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਜਿਹੜੀ ਰਜਿਸਟ੍ਰੇਸ਼ਨ ਹੈ ਉਹ ਇਸ ਲਈ ਤਾਂ ਜ਼ਰੂਰੀ ਹੈਗੀ ਹੈ ਵੀ ਗਿਣਤੀ ਕੰਟਰੋਲ ਕਰਨ ਲਈ ਜੀ, ਪਰ ਉਹਦੇ 'ਚ ਕੋਈ ਲੰਬੀਆਂ ਚਾੜੀਆਂ ਫਾਰਮੈਲਿਟੀਜ਼ ਨਹੀਂ ਹੋਣੀਆਂ ਚਾਹੀਦੀਆਂ। ਬੜਾ ਸਿੰਪਲ ਪ੍ਰੋਸੀਜਰ ਹੋਣਾ ਚਾਹੀਦਾ ਕਿ ਜਿਹੜਾ ਫਸਟ ਕਮ ਫਸਟ ਸਰਵਿਸ ਬੇਸਿਸ ਦੇ ਉੱਤੇ ਜਿੰਨੇ ਬੰਦਿਆਂ ਦੇ ਨਾਂ ਪਹਿਲਾਂ ਆ ਜਾਂਦੇ ਆ ਉਹ ਬੰਦਿਆਂ ਨੂੰ ਕੰਸੀਡਰ ਕਰ ਲੈਣਾ ਚਾਹੀਦਾ। ਕੋਈ ਉਹਦੇ 'ਚ ਲੰਬੀਆਂ ਚੌੜੀਆਂ ਫਾਰਮੈਲਿਟੀਜ਼ ਕੋਈ ਹੋਰ ਨਹੀਂ ਚਾਹੀਦੀਆਂ, ਤਾਂ ਹੀ ਲੋਕ ਜ਼ਿਆਦਾ ਇਹਦਾ ਫਾਇਦਾ ਉਠਾ ਸਕਣਗੇ। ਪੰਜਾਬ ਦੇ ਵਿੱਚ ਥੋੜ੍ਹੀ ਜਿਹੀ ਕਰੋਨਾ ਦੀ ਗੱਲਬਾਤ ਵੀ ਕਰ ਲਈਏ, ਬਹੁਤਾ ਜ਼ਿਆਦਾ ਤਾਂ ਨਹੀਂ। ਇਹ ਤੁਸੀਂ ਗੱਲ ਕੀਤੀ ਹੈ ਕਿ ਉਸੇ ਗੱਲ ਨੂੰ ਬੇਸ ਬਣਾ ਕੇ ਦੱਸਿਆ ਜਾ ਰਿਹਾ ਕਿ ਜਿਹੜੀ ਸੈਰੇਮਨੀ ਨੇ ਵਾਹਗਾ ਬਾਰਡਰ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਨਹੀਂ ਖੋਲ੍ਹਿਆ ਜਾ ਰਿਹਾ। ਪੰਜਾਬ 'ਚ ਵੈਸੇ ਕਰੋਨਾ ਦੇ ਕੀ ਹਾਲਾਤ ਨੇ? ਦੇਖੋ, ਇਸ ਵਕਤ ਜਿਹੜਾ ਆਮ ਵਿਊ ਆ ਰਿਹਾ ਹੈ ਸਰਕਾਰ ਵੱਲੋਂ ਵੀ ਤੇ ਆਮ ਪਬਲਿਕ ਵੀ ਜਿਹੜੀ ਦੇਖਦੀ ਹੈ
ਜੀ। ਉਹੀ ਹੈ ਕਿ ਜਿਹੜਾ ਇਹਦਾ ਵੱਧ ਰਿਹਾ ਸੀ ਕੰਮ, ਜੀ। ਉਹ ਘਟਣ ਵੱਲ ਨੂੰ ਤੁਰ ਪਿਆ। ਅੱਛਾ ਜੀ। ਜਿਹੜਾ ਇਫੈਕਟ ਹੋ ਰਿਹਾ ਸੀ, ਇਨਫੈਕਸ਼ਨ ਜਿਹੜੀ ਹੋ ਰਹੀ ਸੀ, ਜੀ। ਉਹ ਜਿਵੇਂ 2500 3000 ਦੇ ਕਰੀਬ ਡੇਲੀ ਦੀ ਹੋਣ ਲੱਗ ਗਈ ਸੀ, 2400 2500 ਦੀ ਆਮ ਹੋ ਗਈ ਸੀ। ਜੀ। ਉਹ ਹੁਣ ਅੱਜ ਕੱਲ੍ਹ ਦੀ 800 850 ਦੇ ਕਰੀਬ ਹੈ। ਹੌਲੀ ਹੌਲੀ ਮਤਲਬ 1/3 ਦੇ ਆਸ-ਪਾਸ ਉਹ ਪਹਿਲਾਂ ਨਾਲੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਤੇ ਵਧੀ ਹੈ। ਠੀਕ ਹੋਣ ਵਾਲਿਆਂ ਦੀ ਅੱਗੇ ਨਾਲੋਂ ਵੱਧ ਚੁੱਕੀ ਹੈ। ਜੀ। ਹੁਣ ਤਕਰੀਬਨ 1400 1500 ਦੇ ਕਰੀਬ ਡੇਲੀ ਠੀਕ ਹੋ ਰਿਹਾ ਹੈ। ਜੀ। ਤੇ ਉਹਦੇ ਨਾਲ ਜਿਹੜਾ ਹੁਣ ਇਫੈਕਟਡ ਬੰਦਾ ਇਸ ਵਕਤ ਜਿਹੜਾ ਪੋਜ਼ਿਟਿਵ ਚੱਲ ਰਿਹਾ ਹੈ, ਜੀ। ਉਹ 13000 ਦੇ ਕਰੀਬ ਰਹਿ ਗਿਆ ਹੈ। ਜੀ। ਉਹ ਕਾਫੀ ਪੋਜ਼ਿਟਿਵ ਸਾਈਨਸ ਨੇ। ਇਹਦੇ 'ਚ ਮੁੱਖ ਕਾਰਨ ਇਹ ਹੈ ਜਿਹੜਾ ਲੱਗਦਾ ਹੈ ਕਿ ਜਿਹੜੇ ਬੰਦੇ ਧਿਆਨ ਨਹੀਂ ਸੀ ਕਰਦੇ, ਕਰੋਨਾ ਦੇ ਬਚਾਅ ਨਹੀਂ ਸੀ ਕਰਦੇ, ਉਹਨਾਂ ਬੰਦਿਆਂ ਨੂੰ ਬਹੁਤਿਆਂ ਨੂੰ ਇਫੈਕਟ ਹੋ ਗਿਆ। ਹਾਂ, ਐਂ ਕਹਿ ਲਓ ਵੀ ਜਿਹਨੂੰ ਹੋਣਾ ਸੀਗਾ ਉਹਨੂੰ ਹੋ ਲਿਆ। ਜੀ। ਜਿਹੜੇ ਧਿਆਨ ਪਹਿਲਾਂ ਵੀ ਕਰ ਰਹੇ ਸੀ ਹੁਣ ਵੀ ਕਰ ਰਹੇ ਆ, ਜੀ। ਉਹ ਬੰਦਿਆਂ ਦਾ ਜਿਹੜਾ ਸੀਗਾ ਹੁਣ ਉਹਨਾਂ ਦੀ ਗਿਣਤੀ ਵੱਧ ਰਹਿ ਗਈ। ਇਸ ਕਰਕੇ ਉਹਦਾ ਕੀ ਹੈਗਾ ਵੀ ਉਹ ਹੋਰ ਹੋਣ ਦੀ ਚਾਂਸਸ ਜਿਹੜੇ ਹੈਗੇ ਉਹ ਘਟਦੇ ਜਾਂਦੇ ਆ। ਠੀਕ ਹੈ ਜੀ। ਤੇ ਉਹੀ ਦੇਖ ਕੇ ਜਿਹੜਾ ਹੁਣ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਆ ਇਹਨੂੰ ਖੋਲ੍ਹਣ ਦੇ ਵੀ, ਉਹ ਵੀ ਇਹੀ ਕਾਰਨ ਹੈ ਕਿ ਸਰਕਾਰ ਨੂੰ ਵੀ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਹੁਣ ਹੋਰ ਗਿਣਤੀ ਘੱਟ ਵਧੂਗੀ। ਮੇਰਾ ਖਿਆਲ ਹੈ ਜੀ ਇਸ ਤਰ੍ਹਾਂ ਵੀ ਲੱਗਦਾ ਹੈ ਮੈਨੂੰ ਕਿ 25 ਸਤੰਬਰ ਨੂੰ ਜਦੋਂ ਪੰਜਾਬ ਬੰਦਾ ਜਾਂ ਭਾਰਤ ਬੰਦਾ ਸੱਦਾ ਸੀ ਕਿਸਾਨਾਂ ਵੱਲੋਂ, ਜਦੋਂ ਤੋਂ ਕਿਸਾਨ ਸੜਕਾਂ 'ਤੇ ਤੇ ਕਰੋਨਾ ਸ਼ਾਇਦ ਕਿਸੇ ਖੁੱਡ 'ਚ ਵੜ ਗਿਆ, ਅੰਦਰ ਵੜ ਗਿਆ ਡਰਦਾ ਜੀ। ਚਲੋ ਇਹ ਤਾਂ ਚੰਗੀ ਗੱਲ ਹੈ ਜੇ ਕਿਸਾਨਾਂ ਤੋਂ ਡਰ ਕੇ ਕਰੋਨਾ ਵੀ ਭੱਜ ਜਾਵੇ। ਠੀਕ ਹੈ ਜੀ। ਇੱਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ, ਤੇ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। ਪ੍ਰੋਗਰਾਮ ਵਿੱਚ ਚਰਚਾ ਵਿੱਚ ਆਪ ਜੀ ਦਾ ਫਿਰ ਸਵਾਗਤ ਕਰਦੇ ਹਾਂ। ਗਰੇਵਾਲ ਸਾਹਿਬ, ਮਨੁੱਖੀ ਅਧਿਕਾਰਾਂ ਦੀਆਂ ਸੰਸਥਾਵਾਂ ਨਾਲ ਤੁਸੀਂ ਲੰਬੇ ਸਮੇਂ ਤੋਂ ਜੁੜੇ ਰਹੇ ਹੋ। ਐਮਨੈਸਟੀ ਇੰਟਰਨੈਸ਼ਨਲ, ਹਾਲਾਂਕਿ ਭਾਰਤ ਵਿੱਚ ਉਹਨਾਂ ਨੇ ਕਈ ਮੁੱਦਿਆਂ 'ਤੇ ਸਮੇਂ-ਸਮੇਂ 'ਤੇ ਆਵਾਜ਼ ਉਠਾਈ ਹੈ। ਉਹਨਾਂ ਦੀ ਆਵਾਜ਼ ਦੂਰ ਤੱਕ ਸੁਣੀ ਵੀ ਜਾਂਦੀ ਹੈ, ਬਹੁਤ ਸਾਰੇ ਦੇਸ਼ਾਂ ਵਿੱਚ ਉਠਾਈ ਜਾਂਦੀ ਹੈ। ਸ਼ਾਇਦ ਹੀ ਦੁਨੀਆ ਦਾ ਕੋਈ ਅਜਿਹਾ ਦੇਸ਼ ਹੋਵੇ ਜਿਸ ਦੇ ਵਿੱਚ ਉਹਨਾਂ ਨੇ ਉੱਥੇ ਦੇ ਸਿਸਟਮ ਖਿਲਾਫ ਜਾਂ ਉੱਥੇ ਦੀਆਂ ਇੱਕੋ ਦੁੱਕਾ ਘਟਨਾਵਾਂ ਦੇ ਖਿਲਾਫ ਆਵਾਜ਼ ਨਾ ਉਠਾਈ ਹੋਵੇ। ਉਹਨਾਂ ਦੀ ਆਵਾਜ਼ ਦਾ ਕੋਈ ਗੱਲ ਹੁੰਦੀ ਹੈ, ਵਜ਼ਨ ਹੁੰਦਾ ਹੈ। ਐਮਨੈਸਟੀ ਇੰਟਰਨੈਸ਼ਨਲ ਨੇ ਭਾਰਤ ਵਿੱਚ ਵੀ ਸਮੇਂ-ਸਮੇਂ 'ਤੇ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਕਿੰਨਾ ਕੁ ਅਸਰ ਹੁੰਦਾ ਸੀ ਇਹ ਤੇ ਗੱਲ ਅਸੀਂ ਫੇਰ ਕਰਾਂਗੇ, ਪਰ ਇਹ ਖਬਰ ਆਈ ਹੈ ਕਿ ਉਹਨਾਂ ਨੇ ਆਪਣੇ ਦਫ਼ਤਰ ਬੰਦ ਕਰ ਦਿੱਤੇ ਨੇ। ਕਈ ਦਿਨ ਪੁਰਾਣੀ ਇਹ ਖਬਰ ਹੈ, ਪਰ ਇਸ ਦਾ ਕੀ ਅਰਥ ਤੁਸੀਂ ਸਮਝਦੇ ਹੋ? 5-6 ਦਿਨ ਹੋ ਗਏ ਜੀ ਜਦੋਂ ਇਹ ਆਈ ਹੈ ਖਬਰ ਕਿ ਐਮਨੈਸਟੀ ਇੰਟਰਨੈਸ਼ਨਲ ਨੇ ਇੰਡੀਆ ਦੇ ਵਿੱਚ ਆਪਣੇ ਸਾਰੇ ਆਪਰੇਸ਼ਨ ਨੇ ਜਿਹੜੇ ਉਹ ਬੰਦ ਕਰਤੇ ਆ ਜੀ। ਇਹਦਾ ਦੇਖੋ ਜਿਹੜਾ ਮੇਨ ਕਾਰਨ ਬਣਿਆ ਹੈ ਜੀ। ਉਹ ਭਾਰਤ ਸਰਕਾਰ ਵੱਲੋਂ ਇਹਨਾਂ ਦਾ ਸ਼ਿਕੰਜਾ ਕਸਣਾ ਹੀ ਕਹਿ ਸਕਦੇ ਆ ਜੀ। ਇਨਡਾਇਰੈਕਟ ਤਰੀਕੇ ਦੇ ਨਾਲ। ਜੀ। ਉਹ ਤਾਂ ਕਾਫੀ ਦੇਰ ਤੋਂ ਚੱਲ ਰਿਹਾ ਸੀਗਾ। ਕਦੇ ਇਹਨਾਂ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਜਿਹੜਾ ਫੋਰਨ ਜਿਹੜੇ ਐਕਸਚੇਂਜ ਜਿਹੜਾ ਆਉਂਦਾ ਹੈਗਾ ਪੈਸਾ ਬਾਹਰੋਂ ਆਉਂਦਾ ਉਹਨੂੰ ਰੈਗੂਲੇਟ ਕਰਦੇ ਹੈਗੇ ਜੀ। ਉਹਦੇ ਵੱਲੋਂ ਇਹਨਾਂ ਤੇ ਕੀਤੇ ਗਏ ਛਾਪੇ। ਬੰਗਲੌਰ ਆਫਿਸ ਤੇ ਇਹਨਾਂ ਨੇ ਕਾਫੀ ਚੱਕ ਕੀਤਾ ਗਿਆ। ਪਹਿਲਾਂ ਇਹਨਾਂ ਦਾ ਬੰਗਲੌਰ ਦਾ ਜਿਹੜਾ ਅਕਾਊਂਟ ਸੀਗਾ ਉਸ ਆਫਿਸ ਦਾ ਉਹ ਬੰਦ ਕਰਤਾ ਗਿਆ ਸੀਗਾ। ਅੱਛਾ ਜੀ। ਚਲੋ ਉਹ ਉਸ ਤੋਂ ਬਾਅਦ ਠੀਕ ਹੋਇਆ ਜੀ। ਤੇ ਹੁਣ ਫਿਰ ਉਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਬਾਅਦ ਇਨਕਮ ਟੈਕਸ ਵਾਲਿਆਂ ਨੇ ਇਹਨਾਂ ਤੇ ਇਨਕੁਆਇਰੀ ਸ਼ੁਰੂ ਕਰਤੀ। ਅੱਛਾ ਜੀ। ਉਸ ਤੋਂ ਬਾਅਦ ਫਿਰ CBI ਨੇ ਇਹਨਾਂ ਦੇ ਉੱਪਰ ਇੱਕ ਕੇਸ ਪਾਤਾ ਕਿ 36 ਕਰੋੜ ਜੋ ਕਿ ਇਹਨਾਂ ਕੋਲੇ ਬਾਹਰਲੇ ਮੁਲਕਾਂ 'ਚੋਂ ਆਇਆ ਹੈਗਾ ਉਹਦੇ ਸੰਬੰਧ 'ਚ। ਜੀ। ਇਸੇ ਤਰ੍ਹਾਂ ਇੱਕ ਪਹਿਲਾਂ ਇਹਨਾਂ ਤੇ ਕੇਸ ਪਾਇਆ ਗਿਆ ਸੈਡੀਸ਼ਨ ਦਾ। ਅੱਛਾ। ਜਿਹਦਾ ਪਿਛਲੇ ਸਾਲ ਉਹ ਕੁਐਸ਼ ਹੋ ਗਈ ਹੈ FIR ਵੀ ਉਹ ਕੋਈ ਬਣਦਾ ਨਹੀਂ ਸੀਗਾ, ਪਰ ਹਰਾਸ ਕੀਤਾ ਜਾ ਰਿਹਾ ਸੀ। ਉਹਦੇ ਵਿੱਚ ਕੀ ਕਿਹਾ ਸੀ? ਉਹਨਾਂ 'ਚ ਇਹੀ ਕੀਤਾ ਸੀ ਵੀ ਜਿਹੜੀਆਂ ਇਹ ਗੱਲਾਂ ਕਹਿ ਰਹੇ ਆ ਇਹ ਦੇਸ਼ ਧਰੋਹੀ ਬਣਦੀ ਹੈ ਇਹਦੇ 'ਚੋਂ। ਅੱਛਾ ਜੀ। ਹਾਲਾਂਕਿ ਜਿਹੜੀਆਂ ਗੱਲਾਂ ਐਮਨੈਸਟੀ ਇੰਟਰਨੈਸ਼ਨਲ ਕਹਿੰਦੀ ਹੈ ਜੀ, ਉਹ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜਾ ਹਰ ਮੁਲਕ ਦੀ ਸਰਕਾਰ ਨੂੰ ਖੁਦ ਸਮਝਣੀਆਂ ਚਾਹੀਦੀਆਂ। ਜੀ। ਇੱਕ ਕਿਸਮ ਦੀ ਨਸੀਹਤ ਹੁੰਦੀ ਹੈ ਜੀ ਕਿ ਤੁਸੀਂ ਹਿਊਮਨ ਰਾਈਟਸ ਦੀ ਉਲੰਘਣਾ ਕਰ ਰਹੇ ਹੋ। ਜੀ। ਇਹ ਕੋਈ ਚੰਗੀ ਚੀਜ਼ ਨਹੀਂ ਗੀ। ਜੀ। ਤੇ ਉਹ ਚੀਜ਼ਾਂ ਦੇ ਕਰਕੇ ਸਰਕਾਰਾਂ ਨੂੰ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਜੀ। ਹੈ। ਤੇ ਇਸ ਵਕਤ ਵੀ ਜਿਹੜੀ ਇਹਨਾਂ ਨੂੰ ਜ਼ਿਆਦਾ ਤਕਲੀਫ ਹੋਈ ਹੈ ਭਾਰਤ ਸਰਕਾਰ ਨੂੰ, ਜੀ, ਉਹ 3-4 ਮੁੱਦਿਆਂ ਤੋਂ ਜ਼ਿਆਦਾ ਹੋਈ ਹੈ। ਅੱਛਾ ਜੀ। ਕਿਹੜੇ ਇੱਕ ਤਾਂ ਜਿਹੜਾ ਕਸ਼ਮੀਰ ਦੇ ਵਿੱਚ ਇਹਨਾਂ ਨੇ ਆਰਟੀਕਲ 370 ਜਿਹੜਾ ਖਤਮ ਕੀਤਾ ਜੀ ਪਿਛਲੇ ਸਾਲ ਅਗਸਤ ਦੇ ਵਿੱਚ। ਜੀ। ਉਸ ਤੋਂ ਬਾਅਦ ਬੜਾ ਲੰਬਾ ਉੱਥੇ ਕਰਫਿਊ ਵਗੈਰਾ ਚੱਲਿਆ, ਲੋਕਾਂ ਨੂੰ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। ਜੀ। ਉਸ ਸੰਬੰਧ ਦੇ ਵਿੱਚ ਪਿਛਲੇ ਸਾਲ ਅਕਤੂਬਰ ਦੇ ਵਿੱਚ US ਕਾਂਗਰਸ ਜਿਹੜੀ ਹੀਅਰਿੰਗ ਸੀਗੀ ਇੱਕ, ਉਹਦੇ 'ਚ ਇਹਨਾਂ ਨੇ ਇਹ ਸਾਰਾ ਕੇਸ ਉੱਥੇ ਜਾ ਕੇ ਡਿਸਕਸ ਕੀਤਾ ਐਮਨੈਸਟੀ ਇੰਟਰਨੈਸ਼ਨਲ ਨੇ। ਅੱਛਾ ਜੀ। ਜਿਹਦੇ ਟੋਟਲ ਡਿਟੇਲ ਸੀਗੀ ਕਿ ਕਿਸ ਤਰੀਕੇ ਦੇ ਨਾਲ ਉਹ 370 ਜਿਹੜੀ ਹੈ ਉਹ ਜਿਹੜੀ ਹਟਾਉਣੀ ਬਣਦੀ ਹੋਈ ਨਹੀਂ ਸੀ, ਕਿਸੇ ਲੀਗਲ ਢੰਗ ਦੇ ਨਾਲ ਹਟਾਈ ਹੋਈ ਨਹੀਂ ਸੀ ਜਾ ਸਕਦੀ। ਜੀ। ਉਹਨੂੰ ਹਟਾਇਆ। ਉਹਨੂੰ ਹਟਾਉਣ ਤੋਂ ਬਾਅਦ ਫਿਰ ਜਿਹੜਾ ਲੰਬਾ ਕਰਫਿਊ ਦੇ ਵਿੱਚ ਲੋਕਾਂ ਨੂੰ ਕਿਵੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜੀ, ਉਹਦੀ ਸਾਰੀ ਡਿਟੇਲ ਉੱਥੇ ਰੱਖੀ।
ਇੱਕ ਤਾਂ ਇਹ ਇਹਨਾਂ ਨੂੰ ਤਕਲੀਫ ਹੋਈ ਸੀ ਜੀ ਦੂਸਰਾ ਇੱਕ ਉਸੇ ਤਰ੍ਹਾਂ ਦਾ ਕੇਸ ਸੀਗਾ ਜਿਹੜਾ ਕਿ ਪੂਨੇ ਦੇ ਨੇੜੇ ਹੋਇਆ ਸੀਗਾ ਕੋਰੇਗਾঁव ਭੀਮਾ ਕੋਰੇਗਾঁव ਉਹਨੂੰ ਕਹਿੰਦੇ ਆ ਅੱਛਾ ਜੀ ਉੱਥੇ ਹੋਇਆ ਸੀ 2018 ਦੇ ਵਿੱਚ 1 ਜਨਵਰੀ ਨੂੰ ਅੱਛਾ ਜੀ ਉੱਥੇ ਇੱਕ ਮਨਾਇਆ ਜਾਂਦਾ ਹੈਗਾ ਦਿਵਸ ਜਿਹੜਾ ਕਿ ਉਸ ਵਾਰੀ 200 ਸਾਲਾ ਮਨਾਇਆ ਜਾ ਰਿਹਾ ਸੀ ਜੀ 1818 ਦੇ ਵਿੱਚ ਜਿਹੜੇ ਮਹਾਰ ਕਮਿਊਨਿਟੀ ਆ ਉੱਥੋਂ ਦੀ ਇੱਕ ਸ਼ਡਿਊਲ ਕਾਸਟਸ ਦੀ ਜੀ ਉਹਨਾਂ ਨੇ ਉੱਥੇ ਮਨਾਉਂਦੇ ਸੀਗੇ ਉਹ ਕਿਉਂਕਿ ਉਸ ਵਕਤ 18 ਦੇ ਵਿੱਚ ਸੀ ਤਾਂ ਉਹ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਅੱਛਾ ਜੀ ਪਰ ਉਹਨਾਂ ਨੇ ਪੇਸ਼ਵਿਆਂ ਦੀ ਜਿਹੜੀ ਸੀਗੀ ਉੱਥੇ ਆਰਮੀ ਜੀ ਭਾਰੀ ਗਿਣਤੀ ਵਿੱਚ ਜੀ ਉਹਨੂੰ ਹਰਾਇਆ ਸੀ ਅੱਛਾ ਜੀ ਤੇ ਉਹ ਜਿਹੜੇ ਛੋਟੀ ਕੌਮ ਆਪਣੇ ਆਪ ਨੂੰ ਗਿਣਦੇ ਸੀ ਜੀ। ਉਹਨਾਂ ਨੇ ਪੇਸ਼ਵਿਆਂ ਨੂੰ ਹਰਾਉਣਾ ਆਪਣਾ ਇੱਕ ਬੜਾ ਵੱਡਾ ਜਿੱਤ ਦਾ ਉਹਨਾਂ ਨੇ ਪ੍ਰਤੀਕ ਸਮਝਿਆ ਸੀ ਜੀ ਤੇ ਉਸ ਤੋਂ ਬਾਅਦ 1928 ਤੋਂ ਭੀਮਰਾਓ ਅੰਬੇਦਕਰ ਜੀ ਨੇ ਉਹਦੀ ਸੈਲੀਬ੍ਰੇਸ਼ਨ ਸ਼ੁਰੂ ਕੀਤੀ ਸੀ ਕਿ ਹਰ ਸਾਲ ਇਹਨੂੰ ਮਨਾਇਆ ਕਰੋ ਇਸ ਜਿੱਤ ਨੂੰ ਅੱਛਾ ਪਿੰਡ ਦਾ ਨਾਮ ਭੀਮਾ ਕੋਰੇਗਾঁव ਭੀਮਾ ਹੈ ਕੋਰੇਗਾঁव ਹੈ ਇਹ ਪੂਨੇ ਦੇ ਕੋਲੇ ਅੱਛਾ ਜੀ ਉੱਥੇ ਉਹ ਹਰੇਕ ਸਾਲ ਹੁਣ ਉਹ ਮਨਾਇਆ ਜਾਂਦਾ ਹੈ ਅੱਛਾ ਜੀ ਤੇ ਇਹ 18 ਦੇ ਵਿੱਚ ਵੀ 1 ਜਨਵਰੀ ਨੂੰ ਮਨਾਇਆ ਸੀਗਾ ਜੀ ਉਦੋਂ ਕੁਝ ਦਿਨ ਪਹਿਲਾਂ ਉੱਥੇ ਜਿਹੜੀ ਗੌ ਰੱਖਿਆ ਦੇ ਤੌਰ ਤੇ ਜਿਹੜੀ ਗੌ ਪ੍ਰੋਟੈਕਸ਼ਨ ਦੇ ਚੱਕਰ 'ਚ ਰੌਲਾ ਪਿਆ ਸੀ ਕੁਝ ਦਿਨ ਪਹਿਲਾਂ ਜਾਂ ਤਾਂ ਉਹਦਾ ਇਫੈਕਟ ਕਹਿ ਲਓ ਕਿ ਇਹ ਜਿਹੜੀ ਸੈਲੀਬ੍ਰੇਸ਼ਨ ਤੇ ਇਕੱਠ ਹੋਇਆ ਸੀਗਾ ਉਹਦੇ ਤੇ ਵੀ ਪਥਰਾਓ ਕੀਤਾ ਗਿਆ ਅੱਛਾ ਜੀ ਉਹਦੇ 'ਚ ਇੱਕ ਬੱਚਾ ਮਾਰਿਆ ਗਿਆ ਸੀ 19 ਸਾਲ ਦਾ ਅੱਛਾ ਜੀ ਉਦੋਂ ਬਾਅਦ ਫਿਰ ਕਾਫੀ ਪ੍ਰੋਟੈਸਟ ਵਗੈਰਾ ਹੋਈਆਂ ਸੀ ਜੀ ਤੇ ਜਿਹੜੇ ਬੰਦਿਆਂ ਨੇ ਉੱਥੇ ਨਜਾਇਜ਼ ਕੀਤੀ ਸੀ ਜੀ ਉਹ ਬੰਦਿਆਂ ਤੇ ਕੇਸ ਪਹਿਲਾਂ ਤਾਂ ਦਰਜ ਨਹੀਂ ਸੀ ਕੀਤੇ ਜੇ ਕੀਤੇ ਸੀ ਤਾਂ ਇੱਕ ਅੱਧੇ ਬੰਦੇ ਨੂੰ ਅਰੈਸਟ ਕਰ ਲਿਆ ਬਾਕੀਆਂ ਨੂੰ ਅਰੈਸਟ ਨਹੀਂ ਸੀ ਹੋ ਰਹੇ ਜੀ ਤੇ ਉਦੋਂ ਉਲਟ ਕੀ ਹੋਇਆ ਕਿ ਜਿਸ ਤਰ੍ਹਾਂ ਹੁਣ ਆਹ ਦਿੱਲੀ ਦੇ ਵਿੱਚ ਹੋਇਆ ਕਿ ਉੱਥੇ ਨਜਾਇਜ਼ ਬੰਦਿਆਂ ਨੂੰ ਫਸਾਇਆ ਗਿਆ ਜਿਹੜੇ ਐਕਟਿਵਿਸਟਸ ਸਹੀ ਗੱਲ ਕਰ ਰਹੇ ਸੀ ਜੀ ਉੱਥੇ ਵੀ ਉਹੋ ਜਿਹੇ ਜਿਹੜੇ ਜੂਨ ਤੋਂ ਬਾਅਦ ਉਹੋ ਜਿਹੇ ਬੰਦਿਆਂ ਨੂੰ ਫੜਨਾ ਸ਼ੁਰੂ ਕਰ ਲਿਆ ਅੱਛਾ ਜੀ ਜਿਹੜੇ ਬੰਦੇ ਉੱਥੇ ਸਹੀ ਗੱਲ ਕਰ ਰਹੇ ਸੀਗੇ ਜਿਹੜੇ ਹਿਊਮਨ ਰਾਈਟਸ ਜਾਂ ਉਸ ਤਰ੍ਹਾਂ ਦੇ ਐਕਟਿਵਿਸਟ ਸੀਗੇ ਜੀ ਉਹ 4-5 ਦਾ ਸਪੈਸ਼ਲੀ ਇਹਨਾਂ ਨੇ ਐਮਨੈਸਟੀ ਇੰਟਰਨੈਸ਼ਨਲ ਨੇ ਨਾਂ ਵੀ ਲਿਆ ਹੈਗਾ ਜਿਹਦੇ 'ਚ ਇੱਕ ਵਿਲੀਅਮ ਹੈ ਇੱਕ ਸ਼ੋਮਾ ਸੇਨ ਹੈ ਜੀ ਇੱਕ ਸੁਧਾ ਭਾਰਦਵਾਜ ਹੈ ਜੀ ਉਸੇ ਤਰ੍ਹਾਂ ਇੱਕ ਸੁਰਿੰਦਰ ਜੀ ਨੇ ਇਹ 4 ਕੁ ਬੰਦਿਆਂ ਦਾ ਸਪੈਸੀਫਿਕਲੀ ਨਾਂ ਲਿਆ ਹੈਗਾ ਐਮਨੈਸਟੀ ਇੰਟਰਨੈਸ਼ਨਲ ਨੇ ਅੱਛਾ ਜੀ ਉਹਦੇ 'ਚ ਵੀ ਇਹਨਾਂ ਨੂੰ ਤਕਲੀਫ ਹੋਈ ਵੀ ਇਹ ਉਹ ਗੱਲ ਕਰ ਰਹੇ ਆ ਵੀ ਕਿਵੇਂ ਗਲ ਘੁੱਟਿਆ ਜਾ ਰਿਹਾ ਸਹੀ ਆਵਾਜ਼ ਦਾ ਜੀ। ਉਹ ਵੀ ਇੱਕ ਤਕਲੀਫ ਦਾ ਕਾਰਨ ਸੀ ਜੀ ਤੇ ਲੇਟੈਸਟ ਜਿਹੜਾ ਹੋਇਆ ਦਿੱਲੀ ਵਾਲੀ ਤੇ ਵੀ ਇਹਨਾਂ ਨੇ ਇੱਕ ਇਨਵੈਸਟੀਗੇਟਿਵ ਆਪਣੀ ਰਿਪੋਰਟ ਦਿੱਤੀ ਹੈ ਜਿਹੜੀ ਫੈਬਰੂਰੀ ਦੇ ਵਿੱਚ ਦਿੱਲੀ 'ਚ ਰਾਇਟਸ ਜਿਹਨੂੰ ਕਹਿੰਦੇ ਆ ਠੀਕ ਹੈ ਵੀ ਜੀ ਉਹਦੇ ਵਿੱਚ ਜਿਹੜਾ ਪੁਲਿਸ ਦਾ ਰੋਲ ਹੈ ਉਹ ਬਹੁਤ ਹੀ ਇੱਕ ਕਿਸਮ ਦਾ ਇੱਕ ਪਾਸੜ ਸੀਗਾ ਜੀ ਇਨਵੋਲਵਮੈਂਟ ਪੁਲਿਸ ਦੀ ਰਾਈਟਸ ਦੇ ਵਿੱਚ ਵੀ ਸੀਗੀ ਜੀ। ਇਹ ਵੀ ਇਹਨਾਂ ਨੇ ਆਪਣੀ ਇਨਵੈਸਟੀਗੇਟਿਵ ਰਿਪੋਰਟ ਦੇ ਵਿੱਚ ਦਿੱਤਾ ਸੋ ਸਾਰੀਆਂ ਗੱਲਾਂ ਸਰਕਾਰ ਨੂੰ ਉਹ ਚੁਭੀਆਂ ਸਾਰੀਆਂ ਚੁੱਭਦੀਆਂ ਸੀ ਉਹ ਚੀਜ਼ ਨੂੰ ਮੁੱਦਾ ਬਣਾ ਕੇ ਇਹਨਾਂ ਨੂੰ ਫਿਰ ਤੰਗ ਕਰਨਾ ਸ਼ੁਰੂ ਕੀਤਾ ਜਿਹੜਾ ਕਿ ਬਹੁਤ ਮਾੜਾ ਹੈਗਾ ਤੁਸੀਂ ਗੱਲ ਕੀਤੀ ਹੈ ਕਿ ਆਵਾਜ਼ ਦਬਾਉਣ ਦੀ ਗੱਲ ਕੀਤੀ ਜਾਂਦੀ ਹੈ ਮੈਂ ਕੁਝ ਦਿਨ ਪਹਿਲਾਂ ਅਮਰੀਕਾ ਦੇ ਜੋ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੇ ਡੋਨਲਡ ਟਰੰਪ ਤੇ ਜੋ ਬਾਈਡਨ ਉਹਨਾਂ ਦੀ ਡਿਬੇਟ ਸੁਣ ਰਿਹਾ ਸੀ ਬਹਿਸ ਉਸ ਦੇ ਵਿੱਚ ਉਹਨਾਂ ਨੇ ਉਹ ਇੱਕ ਦੂਸਰੇ ਨੂੰ ਸ਼ਟ ਅਪ ਵੀ ਕਿਹਾ ਤੇ ਜੋ ਬਾਈਡਨ ਨੇ ਉਹਨਾਂ ਨੂੰ ਕਲੋਨ ਵੀ ਕਿਹਾ ਵੀ ਤੁਸੀਂ ਜੋ ਕਰੋ ਅਮਰੀਕਾ ਜਿਹਨੂੰ ਸਾਰੀ ਦੁਨੀਆ ਦਾ ਸਰਪੰਚ ਮੰਨਿਆ ਜਾਂਦਾ ਹੈ ਟਰੰਪ ਦੁਨੀਆ ਦਾ ਸਭ ਤੋਂ ਤਾਕਤਵਰ ਵਿਅਕਤੀ ਕਿਹਾ ਜਾ ਸਕਦਾ ਹੈ ਫੌਜੀ ਤਾਕਤ ਦੇ ਆਧਾਰ ਤੇ ਵੀ ਆਰਥਿਕ ਤਾਕਤ ਵੀ ਸਭ ਕੁਝ ਹੈ ਉਹਨਾਂ ਦੀ ਗੱਲ ਸੁਣੀ ਜਾਂਦੀ ਹੈ ਉੱਥੇ ਇੰਨੀ ਆਜ਼ਾਦੀ ਹੈ ਤੇ ਮੈਂ ਨਹੀਂ ਕਹਿੰਦਾ ਕਿ ਇਸ ਤਰ੍ਹਾਂ ਦੇ ਲਫ਼ਜ਼ ਵਰਤਣ ਦੀ ਆਜ਼ਾਦੀ ਚਾਹੀਦੀ ਹੈ ਤੇ ਸਾਡੇ ਦੇਸ਼ ਦੇ ਵਿੱਚ ਇਹ ਆਵਾਜ਼ ਜ਼ਿਆਦਾ ਨਹੀਂ ਦਬਾਈ ਜਾ ਰਹੀ ਕੁਛ ਦੇਖੋ ਇਹ ਆਵਾਜ਼ ਤਾਂ ਇਹ ਇਕੱਲੀ ਐਮਨੈਸਟੀ ਨਾਲ ਨਹੀਂ ਹੈ ਜੀ ਬੇਸਿਕਲੀ ਸਾਰੀਆਂ ਹੀ ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਜੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ ਹਾਲਾਂਕਿ ਐਮਨੈਸਟੀ ਤਾਂ ਇੱਕ ਅਜਿਹੀ ਜਥੇਬੰਦੀ ਹੈ ਜੀ। ਜਿਹਨੂੰ ਦੁਨੀਆ ਭਰ ਦੇ ਵਿੱਚ ਮੰਨਿਆ ਜਾਂਦਾ ਹੈ ਜੀ। ਕਿ ਇਹਨਾਂ ਨੇ 1961 ਤੋਂ ਕੰਮ ਸ਼ੁਰੂ ਕਰਕੇ ਸਾਰੀ ਦੁਨੀਆ ਦੇ ਵਿੱਚ ਜਿਹੜੀ ਮਨੁੱਖੀ ਹੱਕਾਂ ਦੀ ਆਵਾਜ਼ ਹੈ ਇਹਨੂੰ ਬੁਲੰਦ ਕੀਤਾ ਹੈ ਜੀ ਤੇ ਉਹਦਾ ਇਫੈਕਟ ਇਹ ਵੀ ਹੋਇਆ ਹੈ ਕਿ 1977 ਦੇ ਵਿੱਚ ਇਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਵੀ ਦਿੱਤਾ ਗਿਆ ਹੈ ਜੀ ਜਿਹੜੀ ਉਸ ਲੈਵਲ ਤੱਕ ਜਥੇਬੰਦੀ ਪਹੁੰਚੀ ਹੋਈ ਹੈ ਜੇ ਉਹਨੂੰ ਸਹੀ ਕੰਮ ਕਰਨ ਤੋਂ ਇੰਡੀਆ ਦੇ ਵਿੱਚ ਰੋਕਿਆ ਜਾਂਦਾ ਹੈ ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਸਬੂਤ ਹੈ ਕਿ ਭਾਰਤ ਸਰਕਾਰ ਆਪਣੇ ਵੱਲੋਂ ਹਿਊਮਨ ਰਾਈਟਸ ਦੀ ਰਾਖੀ ਕਰਨ ਦੇ ਨਾ ਤਾਂ ਕਾਬਲ ਹੈ ਤੇ ਨਾ ਹੀ ਇਹ ਕਰਨ ਦੀ ਇੱਛਾ ਰੱਖਦੀ ਹੈ ਜੀ। ਸਗੋਂ ਜਿਹੜਾ ਕੋਈ ਇਹਨਾਂ ਨੂੰ ਨਸੀਹਤ ਦਿੰਦਾ ਹੈ ਕਿ ਤੁਸੀਂ ਹਿਊਮਨ ਰਾਈਟਸ ਦੀ ਰਾਖੀ ਕਰੋ ਉਹਦੀ ਇਹ ਆਵਾਜ਼ ਕੁਚਲਣ ਦੀ ਕੋਸ਼ਿਸ਼ ਕਰ ਰਹੇ ਆ ਇਹ ਬਹੁਤ ਇੱਕ ਧੱਕੇ ਵਾਲੀ ਗੱਲ ਹੈ ਜੋ ਕਿ ਨਹੀਂ ਹੋਣੀ ਚਾਹੀਦੀ ਜੰਮੂ ਕਸ਼ਮੀਰ ਦੀ ਤੁਸੀਂ ਗੱਲ ਕੀਤੀ ਸੀ ਤੇ ਹੁਣ ਜੰਮੂ ਕਸ਼ਮੀਰ ਵੱਲ ਹੀ ਅਸੀਂ ਚੱਲਦੇ ਹਾਂ ਸ਼ੋਪੀਆਂ ਦੇ ਵਿੱਚ ਕਹਿੰਦੇ ਨੇ ਕਿ ਅਜਿਹਾ ਇੱਕ ਕਾਂਡ ਹੋਇਆ ਜੁਲਾਈ ਦੇ ਵਿੱਚ ਜਿਸ ਦੀ ਬਾਅਦ ਵਿੱਚ ਜਾਂਚ ਹੋਈ ਤੇ ਕੁਝ ਦਾ ਕੁਝ ਨਿਕਲਿਆ 3 ਨੌਜਵਾਨਾਂ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ ਉਹ ਕਹਾਣੀ ਕੀ ਹੈ ਤੇ ਸਾਨੂੰ ਦੱਸੋ ਸ਼ੋਪੀਆਂ ਜਿਹੜਾ ਹੈਗਾ ਇਹ ਜੇ ਰਜੌਰੀ ਵੱਲ ਦੀ ਅਸੀਂ ਜੰਮੂ ਤੋਂ ਰਜੌਰੀ ਵੱਲ ਦੀ ਸ੍ਰੀਨਗਰ ਜਾਂਦੇ ਹਾਂ ਇੱਕ ਮੁਗਲ ਰੋਡ ਦਾ ਇੱਕ ਆਲਟਰਨੇਟ ਰੂਟ ਹੈ ਅੱਛਾ ਜੀ ਉਹਦੇ ਉੱਤੇ ਪੈਂਦਾ ਹੈਗਾ ਸ਼ੋਪੀਆਂ ਅੱਛਾ ਪੀਰ ਦੀ ਗਲੀ ਜਿਹੜਾ ਹਾਈਐਸਟ ਪੋਰਸ਼ਨ ਹੈ ਉੱਥੇ ਦਾ ਉਸ ਤੋਂ ਪਾਰ ਸ਼ੋਪੀਆਂ
ਮੁਗਲ ਕਸਬਾ ਰੋਡ ਦਾ ਕਸਬਾ ਹੈ ਸ਼ੋਪੀਆਂ, ਅੱਛਾ ਜੀ, ਅਨੰਤਨਾਗ ਡਿਸਟ੍ਰਿਕਟ 'ਚ ਪੈਂਦਾ ਹੈਗਾ। ਅੱਛਾ ਜੀ, ਤੇ ਇਹਦੇ 'ਚ ਉਰਲੇ ਪਾਸੇ ਜਿਹੜਾ ਰਜੌਰੀ ਹੈ ਉੱਥੋਂ ਕੋਈ 70 ਕਿਲੋਮੀਟਰ ਦਾ ਡਿਫਰੈਂਸ ਹੈ। ਜੀ, ਇਹ ਜਿਹੜੇ 3 ਬੰਦੇ ਉੱਥੇ ਮਾਰੇ ਗਏ, ਅੰਸ਼ੀਪੁਰਾ ਨਾਂ ਦਾ ਉੱਥੇ ਇੱਕ ਪਿੰਡ ਹੈ ਸ਼ੋਪੀਆਂ ਦੇ ਕੋਲੇ, ਅੱਛਾ ਜੀ, ਉੱਥੇ 18 ਜੁਲਾਈ ਨੂੰ ਆਰਮੀ ਨੇ ਇਹ ਕਿਹਾ ਸੀ ਕਿ ਪਿਛਲੀ ਰਾਤ ਜਿਹੜੀ 17 ਜੁਲਾਈ ਦੀ ਰਾਤ ਹੈ ਉੱਥੇ ਇੱਕ ਹਥਿਆਰਬੰਦ ਮੁਕਾਬਲਾ ਹੋਇਆ ਜਿਹਦੇ 'ਚ 3 ਬੰਦੇ ਮਾਰੇ ਗਏ। ਅੱਛਾ ਜੀ, ਅਸਲ 'ਚ ਉਹ 3 ਬੰਦੇ ਜਦੋਂ ਹੌਲੀ ਹੌਲੀ ਫੋਟੋਆਂ ਵਗੈਰਾ ਉਹਨਾਂ ਦੀਆਂ ਜਨਤਕ ਹੋਣ ਲੱਗੀਆਂ ਜੀ, ਤਾਂ ਰਜੌਰੀ ਦੇ ਕੋਲੇ ਪਿੰਡ ਹੈ, ਉੱਥੋਂ ਦੇ ਬੰਦਿਆਂ ਨੇ ਇਹ ਕਲੇਮ ਕੀਤਾ, ਉਹਨਾਂ ਦਾ ਪਰਿਵਾਰ ਸੀ, ਕਿ ਇਹ ਸਾਡੇ ਬੱਚੇ ਆ, ਇਹ ਕੋਈ ਮਿਲੀਟੈਂਟ ਨਹੀਂ ਗੇ। ਇਹ ਇੱਥੋਂ 2 ਬੰਦੇ ਤਾਂ ਇੱਕ ਦਿਨ ਪਹਿਲਾਂ ਹੀ ਸ਼ੋਪੀਆਂ ਗਏ ਸੀ। ਅੱਛਾ ਜੀ, ਉਹਨਾਂ 'ਚ 2 ਬੰਦੇ ਜਿਹੜਾ ਇੱਕ ਪਹਿਲਾਂ ਇਮਤਿਆਜ਼ ਅਹਿਮਦ ਹੈ ਉਹ ਪਹਿਲਾਂ ਹੀ ਸ਼ੋਪੀਆਂ ਰਹਿ ਰਿਹਾ ਸੀ, ਜੀ, ਤੇ ਇਹ 2 ਬੰਦੇ ਜਿਹੜੇ ਸੀਗੇ ਮੁਹੰਮਦ ਅਬਰਾਰ ਤੇ ਅਬਰਾਰ ਅਹਿਮਦ। ਜੀ, ਜਿਹੜਾ ਮੁਹੰਮਦ ਅਬਰਾਰ ਹੈ ਉਹ ਤਾਂ ਹੈ ਹੀ 16 ਕੁ ਸਾਲ ਦਾ, ਅੱਛਾ ਜੀ, ਦੂਜਾ 25 ਸਾਲ ਦਾ ਹੈ, ਤੇ ਇਮਤਿਆਜ਼ ਅਹਿਮਦ ਜਿਹੜਾ ਹੈਗਾ ਉਹ 21 ਸਾਲ ਦਾ ਹੈ। ਅੱਛਾ ਜੀ, ਇਹ 2 ਜਣੇ ਤਾਂ ਸਿਰਫ ਆਪਣੀ ਪੜ੍ਹਾਈ ਲਈ ਪੈਸਾ ਇਕੱਠਾ ਕਰਨਾ ਚਾਹੁੰਦੇ ਸੀਗੇ ਵੀ ਅਸੀਂ ਦਿਹਾੜੀ ਕਰਕੇ ਕਿਤਾਬਾਂ ਖਰੀਦਣ ਜੋਗੇ ਪੈਸੇ ਇਕੱਠੇ ਕਰ ਲਈਏ, ਉਸ ਤੋਂ ਬਾਅਦ ਅਸੀਂ ਆਪਣੀ ਪੜ੍ਹਾਈ ਅੱਗੇ ਤੋਰਨੀ ਹੈ। ਅੱਛਾ ਜੀ, ਉਹ ਬੰਦਿਆਂ ਨੂੰ ਉੱਥੇ ਮੁਕਾਬਲੇ 'ਚ ਮਾਰਤਾ ਗਿਆ। ਇਹ ਫੌਜ ਨੇ ਕਿ ਪੁਲਿਸ ਨੇ ਜੀ? ਇਹ ਫੌਜ ਨੇ ਜੀ। ਅੱਛਾ ਜੀ, ਤੇ ਉਸ ਤੋਂ ਬਾਅਦ ਜਦੋਂ ਫਿਰ ਰੌਲਾ ਪੈਣਾ ਥੋੜ੍ਹਾ ਜਿਹਾ ਸ਼ੁਰੂ ਹੋ ਗਿਆ ਵੀ ਇਹ ਫੋਟੋਆਂ ਪਛਾਣੀਆਂ ਗਈਆਂ ਤੇ ਇਹ ਵੀ ਕਹਿਣ ਲੱਗੇ ਵੀ ਇਹ ਤਾਂ ਲੇਬਰ ਕਰਨ ਵਾਲੇ ਬੰਦੇ ਸੀਗੇ। ਜੀ, ਉਸ ਤੋਂ ਬਾਅਦ ਫਿਰ ਇਹਦੀ ਤਹਿਕੀਕਾਤ ਸ਼ੁਰੂ ਹੋਈ, ਪੁਲਿਸ ਨੇ ਵੀ ਸ਼ੁਰੂ ਕੀਤੀ, ਆਰਮੀ ਨੇ ਵੀ ਕੀਤੀ, ਤੇ ਅਗਸਤ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਦੇ ਜਿਹੜੇ DNA ਸੈਂਪਲ ਵੀ ਲੈ ਲਏ ਗਏ। ਅੱਛਾ ਜੀ, ਤੇ ਅਖੀਰ ਨੂੰ ਫਿਰ ਪਿਛਲੇ ਕੁਛ ਚਿਰ ਪਹਿਲਾਂ 15-20 ਦਿਨ ਪਹਿਲਾਂ ਆਰਮੀ ਨੇ ਵੀ ਇਹ ਮੰਨ ਲਿਆ ਕਿ ਇਹਦੇ ਵਿੱਚ ਜਿਹੜੀ ਆਰਮੀ ਵੱਲੋਂ ਜਿਹੜੇ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਹੈ ਉਹਦੀ, ਤੇ ਜੋ ਸੁਪਰੀਮ ਕੋਰਟ ਵੱਲੋਂ ਚੀਫ ਆਫ ਆਰਮੀ ਨੂੰ ਜਿਹੜੀਆਂ ਇੰਸਟਰਕਸ਼ਨਸ ਉਹਦੀਆਂ ਪਾਸ ਕੀਤੀਆਂ ਹੋਈਆਂ ਨੇ ਉਹਨਾਂ ਦੀ ਵੀ ਉਲੰਘਣਾ ਹੋਈ ਹੈ। ਪਰ ਉਹ ਦੱਸਿਆ ਨਹੀਂ ਗਿਆ ਕਿ ਕਿੰਨੀ ਉਲੰਘਣਾ ਹੋਈ ਹੈ, ਕੀ ਹੋਇਆ, ਕਿਹਦੇ ਵੱਲੋਂ ਹੋਈ ਹੈ, ਨਾ ਉਹ ਬੰਦਿਆਂ ਦੇ ਨਾਂ ਦੱਸੇ ਗਏ ਹੈ, ਨਾ ਉਲੰਘਣਾ ਦੱਸੀ ਗਈ ਹੈ ਕੀ ਹੈ। ਇਹ ਮੰਨਿਆ ਗਿਆ ਵੀ ਉਲੰਘਣਾ ਹੋਈ ਹੈ। ਤੇ ਹੁਣ ਫਿਰ ਜਦੋਂ ਸਾਰਾ ਕੁਝ DNA ਦੇ ਸੈਂਪਲ ਵੀ ਮਿਲਾਏ ਗਏ ਤਾਂ ਉਹ ਪਿਛਲੇ ਹਫਤੇ ਸੈਂਪਲ ਮੈਚ ਕਰ ਗਏ ਸੀ। ਉਸ ਤੋਂ ਬਾਅਦ ਫਿਰ ਸਾਰਾ ਕਲੀਅਰ ਹੋ ਗਿਆ। ਹੁਣ ਇਹ ਮੰਨਣ ਤੋਂ ਬਾਅਦ ਉਹਨਾਂ ਦੀਆਂ ਬਾਡੀਜ਼ ਨੇ ਜਿਹੜੀਆਂ ਸ਼ੋਪੀਆਂ ਦੇ ਨੇੜੇ ਉੱਥੇ ਦਫਨਾਈਆਂ ਗਈਆਂ ਸੀ, ਅੱਛਾ ਜੀ, ਉਹ ਫਿਰ ਪਰਿਵਾਰਾਂ ਨੂੰ ਉੱਥੇ ਬੁਲਾ ਕੇ ਉਹਨਾਂ ਦੇ ਸਾਹਮਣੇ ਉਹ ਬਾਡੀਜ਼ ਜਿਹੜੀਆਂ ਨੇ ਉਹ ਦੁਬਾਰਾ ਉੱਥੋਂ ਕਬਰਾਂ ਦੇ ਵਿੱਚੋਂ ਪੱਟੀਆਂ ਗਈਆਂ ਨੇ। ਅੱਛਾ ਜੀ, ਤੇ ਉਹਨਾਂ ਨੂੰ ਰਜੌਰੀ ਦੇ ਕੋਲੇ ਉਹਨਾਂ ਦੇ ਪਿੰਡਾਂ 'ਚ ਲਿਆ ਕੇ ਦਫਨਾਇਆ। ਉੱਥੇ ਦਫਨਾਇਆ ਗਿਆ ਹੈ। ਪਰਸੋਂ 3 ਤਰੀਕ ਦੀ ਗੱਲ ਹੈ ਇਹ। ਜੀ, 3 ਤਰੀਕ ਨੂੰ ਉੱਥੇ ਹੁਣ ਦੁਬਾਰਾ ਉਹਨਾਂ ਨੂੰ ਦਫਨਾ ਦਿੱਤਾ ਗਿਆ ਹੈ। ਸੋ ਪੁਲਿਸ ਨੇ ਇਹ ਤਾਂ ਮੰਨ ਲਿਆ ਕਿ ਇਹ ਉਹਨਾਂ ਦੇ ਪਰਿਵਾਰਾਂ ਦੇ ਬੱਚੇ ਸਨ। ਕਿਤੇ ਇਹ ਗੱਲ ਮੰਨੀ ਗਈ ਹੈ ਕਿ ਝੂਠਾ ਮੁਕਾਬਲਾ ਸੀ ਜਾਂ ਇਹੋ ਜਿਹੀ ਗੱਲ ਕੀਤੀ ਗਈ? ਇਹ ਹਜੇ ਤੱਕ ਬਹੁਤ ਕਲੀਅਰ ਨਹੀਂ ਕੀਤਾ, ਪਰ ਆਲਮੋਸਟ ਕਲੀਅਰ ਹੀ ਹੋ ਗਿਆ, ਕਿਉਂਕਿ ਜਿਹੜੀ ਉਹਨਾਂ ਨੇ ਆਰਮੀ ਨੇ ਵੀ ਗੱਲ ਮੰਨ ਲਈ ਹੈ ਕਿ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਦੇ ਕਾਨੂੰਨਾਂ ਦੀ ਉਲੰਘਣਾ ਹੋਈ ਹੈ ਆਰਮੀ ਤੋਂ। ਇਹਦਾ ਮਤਲਬ ਇਹ ਮੰਨਿਆ ਹੀ ਗਿਆ ਕਿ ਇਹ ਗਲਤ ਹੋਇਆ ਸੀ। ਤੇ ਉਹਨਾਂ ਤੋਂ ਇੱਕ ਹੋਰ ਵੀ ਇਹਨਾਂ ਨੇ ਕੀਤਾ ਵੀ ਸ਼ਾਇਦ ਉਹ ਕਿਸੇ ਨੇ ਇਹਨਾਂ ਨੂੰ ਗਲਤ ਸੂਹ ਨਾ ਦਿੱਤੀ ਹੋਵੇ, ਕਿਉਂਕਿ ਉਹ ਗੱਲ ਆ ਰਹੀ ਸੀ ਵੀ ਕਿਤੋਂ ਗਲਤ ਸੂਈਆਂ ਤੋਂ ਇਹਨਾਂ ਨੂੰ ਰਿਪੋਰਟ ਮਿਲੀ ਹੈ। ਉਹ 2 ਬੰਦੇ ਵੀ ਉਹਨਾਂ ਨੇ ਅਰੈਸਟ ਕੀਤੇ ਆ। ਪਰ ਇੱਕ ਚੀਜ਼ ਬੜੀ ਕਲੀਅਰ ਹੋ ਚੁੱਕੀ ਹੈ ਕਿ ਇਹ ਮੁਕਾਬਲਾ ਜਿਹੜਾ ਸੀਗਾ ਇਹ 100% ਝੂਠਾ ਸੀਗਾ। ਜਦੋਂ ਮੁਕਾਬਲਾ ਕੀਤਾ ਗਿਆ, ਮੁਕਾਬਲਾ ਹੋਇਆ ਤੇ ਦਫਨਾਇਆ ਗਿਆ, ਉਦੋਂ ਇਹਨਾਂ ਦੇ ਨਾਂ ਇਹੋ ਹੀ ਦੱਸੇ ਗਏ ਕਿ ਕੁਝ ਹੋਰ ਦੱਸੇ ਗਏ ਸੀ? ਨਹੀਂ, ਉਦੋਂ ਤਾਂ ਨਾਂ ਹੀ ਨਹੀਂ ਸੀ ਦੱਸੇ ਗਏ। ਅੱਛਾ, ਉਹ ਅਨਨੋਨ ਕਿਹਾ ਗਿਆ ਸੀਗਾ ਵੀ ਅਨਨੋਨ ਅੱਤਵਾਦੀਆਂ ਦੇ ਨਾਲ ਮੁਕਾਬਲਾ ਹੋਇਆ। ਨਾ ਤਾਂ ਫਿਰ ਜਦੋਂ ਫੋਟੋਆਂ ਦੇਖੀਆਂ ਗਈਆਂ ਪਰਿਵਾਰਾਂ ਨੇ ਪਛਾਣਿਆ, ਉਹਨਾਂ ਨੇ ਪਛਾਣਨ ਤੋਂ ਬਾਅਦ ਇਹ ਦੱਸਿਆ ਹੈਗਾ ਕਿ ਇਹ ਬੰਦੇ ਆ, ਨਾ ਉਦੋਂ ਕੋਈ ਨਹੀਂ ਸੀ ਦੱਸੇ ਗਏ। ਠੀਕ ਹੈ ਜੀ, ਬ੍ਰੇਕ ਦਾ ਸਮਾਂ ਹੋ ਚੁੱਕਾ ਹੈ ਜੀ। ਜਲਦੀ ਮਿਲਦੇ ਹਾਂ ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ। ਵਿਚਾਰ ਚਰਚਾ ਦੇ ਆਖਰੀ ਹਿੱਸੇ ਵਿੱਚ ਆਪ ਜੀ ਦਾ ਸਵਾਗਤ। ਗਰੇਵਾਲ ਸਾਹਿਬ, ਸ਼ੋਪੀਆਂ ਕੇਸ ਦੀ ਤੁਸੀਂ ਗੱਲ ਕਰ ਰਹੇ ਸੋ, ਮਨੁੱਖੀ ਅਧਿਕਾਰਾਂ ਦੀ ਵੀ ਗੱਲਬਾਤ ਹੋਈ ਹੈ। ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਅਸੀਂ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਤੇ ਇਸ ਤਰ੍ਹਾਂ ਦੇ ਕੁਝ ਮੁਕਾਬਲਿਆਂ ਦੀ ਹੋਰ ਗੱਲਬਾਤ ਵੀ ਕਰਨੀ ਹੈ। ਪਰਾਲੀ ਨੂੰ ਸਾਂਭਣ ਦਾ ਜਿਹੜਾ ਮੁੱਦਾ ਹੈ ਬਹੁਤ ਵੱਡਾ ਹੈ। ਇਸ ਵੇਲੇ ਪੰਜਾਬ ਵਿੱਚ ਝੋਨੇ ਦੀ ਕਟਾਈ ਚੱਲ ਰਹੀ ਹੈ, ਉਹ ਵੀ ਗੱਲ ਕਰਾਂਗੇ। ਪਹਿਲਾਂ ਅਸੀਂ ਗੱਲ ਕਰਦੇ ਹਾਂ ਮੁਕਾਬਲਿਆਂ ਦੀ। ਕੁਝ ਤੁਸੀਂ ਇਹੋ ਜਿਹਾ ਪਹਿਲਾਂ ਕੁਝ ਮੁਕਾਬਲੇ ਦੱਸ ਰਹੇ ਸੋ ਜੋ ਜੰਮੂ ਕਸ਼ਮੀਰ ਵਿੱਚ ਹੋਏ ਨੇ ਤੇ ਜਿਨ੍ਹਾਂ ਦੀ ਜਾਂਚ ਹੋਈ ਤੇ ਬਾਅਦ ਵਿੱਚ ਉਹ ਝੂਠੇ ਸਾਬਤ ਹੋਏ ਨੇ। ਹਾਲਾਂਕਿ ਸਮੇਤ ਸੈਣੀ ਜੀ ਵੀ ਫਸੇ ਹੋਏ ਨੇ ਮੁਲਤਾਨੀ ਜੀ ਦੇ ਕੇਸ ਵਿੱਚ। ਇਹ ਗੱਲ ਚਲੋ ਫੇਰ ਕਿਸੇ ਦਿਨ ਕਰਾਂਗੇ। ਜੰਮੂ ਕਸ਼ਮੀਰ ਵਾਲੀ ਸਾਨੂੰ ਦੱਸੋ। ਦੇਖੋ, ਜੰਮੂ ਕਸ਼ਮੀਰ ਦੇ ਵਿੱਚ ਤਾਂ ਅਣਗਿਣਤ ਝੂਠੇ ਮੁਕਾਬਲੇ ਹੋਏ ਆ ਜੀ, ਪਰ ਜਿਵੇਂ ਹੁਣ ਆਪਾਂ ਸ਼ੋਪੀਆਂ ਵਾਲੇ ਮੁਕਾਬਲੇ ਦੀ ਗੱਲ ਕਰਦੇ ਹਾਂ, ਜੀ, ਇਹਦੇ 'ਚ ਮੇਨ ਗੱਲ ਇਹ ਸੀ ਕਿ ਜਿਹੜੇ ਬੰਦੇ ਮਾਰੇ ਗਏ ਜੀ, ਉਹਨਾਂ ਦਾ ਮਿਲੀਟੈਂਸੀ ਦੇ ਨਾਲ ਕੋਈ ਦੂਰ ਦਾ ਵੀ ਰਿਸ਼ਤਾ ਨਹੀਂ ਸੀ। ਜੀ,
ਬਿਲਕੁਲ ਹੀ ਸਿਵਲੀਅਨ ਸੀ, ਜੀ। ਲੇਬਰ ਕਰਨ ਵਾਲੇ ਸੀ। ਜੀ। ਜਿਹੜੇ ਉੱਥੇ ਹਾਈਲਾਈਟ ਹੋਏ ਆ ਉਹ ਜੀ। ਇਸੇ ਤਰ੍ਹਾਂ ਦੇ ਕੇਸ ਜ਼ਿਆਦਾ ਹਾਈਲਾਈਟ ਹੋਏ ਆ। ਬਾਕੀ ਤਾਂ ਅਣਗਿਣਤ ਮਿਲੀਟੈਂਟਸ ਨੂੰ ਝੂਠੇ ਮੁਕਾਬਲਿਆਂ 'ਚ ਮਾਰਿਆ ਗਿਆ, ਜੀ। ਉਹਨਾਂ ਦੀ ਗੱਲ ਜ਼ਿਆਦਾ ਹਾਈਲਾਈਟ ਨਹੀਂ ਹੋਈ। ਜੀ। ਇਸੇ ਤਰ੍ਹਾਂ ਦਾ ਹੀ ਇੱਕ ਮੁਕਾਬਲਾ ਇਦੋਂ 10 ਸਾਲ ਪਹਿਲਾਂ 2010 ਦੇ ਵਿੱਚ ਹੋਇਆ ਸੀ, ਜਿਹੜਾ ਹਿਮਾਚਲ ਕਿਲਿੰਗਸ ਦੇ ਨਾਂ ਤੇ ਮਸ਼ਹੂਰ ਹੈ। ਅੱਛਾ ਜੀ। ਇਹ ਬਾਰਾਮੂਲਾ ਦੇ ਨੇੜੇ ਦੀ ਗੱਲ ਹੈ। ਅੱਛਾ ਜੀ। ਉੱਥੇ 3 ਬੰਦੇ ਇਸੇ ਤਰ੍ਹਾਂ ਚੱਕ ਕੇ ਜੀ। ਉਹਨਾਂ ਨੂੰ ਲਿਜਾ ਕੇ ਬਾਰਡਰ ਤੇ ਮਾਰਤਾ ਗਿਆ ਸੀਗਾ। ਜੀ। ਤੇ ਉਹਦੇ ਬਾਰੇ ਫਿਰ 2 ਮਹੀਨੇ ਬੜਾ ਲੰਬਾ ਪ੍ਰੋਟੈਸਟ ਚੱਲਦਾ ਰਿਹਾ। ਜੀ। ਉਸ ਪ੍ਰੋਟੈਸਟ ਦੇ ਵਿੱਚ ਵੀ 120 ਬੰਦੇ ਦੇ ਕਰੀਬ ਗੋਲੀਆਂ ਨਾਲ ਜਾਂ ਹੋਰ ਮਾਰ ਦਿੱਤੇ ਗਏ ਸੀ ਉਹਨਾਂ ਦੇ ਪ੍ਰੋਟੈਸਟ 'ਚ। ਅੱਛਾ ਜੀ। ਤਾਂ ਜਾ ਕੇ ਕਿਤੇ ਉਹ ਕੇਸ ਖੁੱਲਿਆ ਸੀਗਾ ਤੇ ਉਹਦੀ ਪੈਰਵਾਈ ਸ਼ੁਰੂ ਹੋਈ ਸੀ। ਜੀ। ਪਰ ਅਖੀਰ ਨੂੰ ਉਹਦੇ 'ਚ ਇੱਕ ਵਾਰੀ ਆਰਮੀ ਨੇ ਜ਼ਰੂਰ ਕਰਤਾ ਸੀਗਾ ਵੀ ਆਹ ਬੰਦੇ ਜਿਹੜੇ 5-6 ਹੈਗੇ ਆਰਮੀ ਦੇ ਜਿਨ੍ਹਾਂ ਦੀਆਂ ਨੇ ਗਲਤ ਕੀਤਾ ਹੈਗਾ। ਜੀ। ਪਰ ਹੁਣ ਉਹ ਬੰਦਿਆਂ ਨੂੰ ਵੀ ਛੱਡ ਦਿੱਤਾ ਗਿਆ ਹੈਗਾ ਜ਼ਮਾਨਤ ਤੇ, ਇਹ ਕਹਿ ਕੇ ਵੀ 2 ਗੱਲਾਂ ਉਹਦੇ 'ਚ ਕਹੀਆਂ ਗਈਆਂ ਵੀ ਇੱਕ ਤਾਂ ਜਿਹੜੇ ਸਿਵਲੀਅਨ ਨੇ ਉਹਨਾਂ ਦਾ ਬਾਰਡਰ ਦੇ ਕੋਲੇ ਹੋਣਾ ਉਹ ਆਪਣੇ ਆਪ 'ਚ ਹੀ ਇੱਕ ਗਲਤ ਗੱਲ ਦਿਸਦੀ ਹੈ। ਜੀ। ਪਰ ਇਹ ਗਲਤ ਵਾਲੀ ਹੈ ਹੀ ਨਹੀਂ, ਕਿਉਂਕਿ ਉਹ ਤਾਂ ਬੜਾ ਸਬੂਤ ਹੈ ਕਿ ਉਹ ਝੂਠਾ ਮੁਕਾਬਲਾ ਹੈ। ਉਹ ਬੰਦਿਆਂ ਨੂੰ ਥੱਲਿਓਂ ਫੜ ਕੇ ਉੱਪਰ ਲਗਾਇਆ ਗਿਆ, ਉਹਨਾਂ ਨੂੰ ਝਾਂਸੇ ਦੇ ਕੇ ਉੱਤੇ ਲਿਜਾਇਆ ਗਿਆ ਤੇ ਉੱਤੇ ਲਿਜਾ ਕੇ ਮਾਰਿਆ ਗਿਆ। ਉਹ ਤਾਂ ਕੇਸ ਆਪਣੇ ਆਪ 'ਚ ਸਾਬਤ, ਆਪਣੇ ਆਪ ਤਾਂ ਬੰਦੇ ਪਹੁੰਚੇ ਹੀ ਨਹੀਂ ਉਹ। ਜੀ। ਤੇ ਜਦੋਂ ਝੂਠਾ ਮੁਕਾਬਲਾ ਫੜ ਕੇ ਲਿਜਾ ਕੇ ਕੀਤਾ ਗਿਆ ਤਾਂ ਉਹ ਬੰਦੇ ਪਹੁੰਚਣੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਜੀ। ਦੂਸਰਾ ਉਹਦੇ 'ਚ ਕਿਹਾ ਗਿਆ ਹੈਗਾ ਕਿ ਇਹ ਬੰਦਿਆਂ ਦੇ ਪਠਾਣੀ ਸੂਟ ਪਾਏ ਹੋਏ ਸੀ। ਅੱਛਾ ਜੀ। ਇਸ ਕਰਕੇ ਇਹਨਾਂ ਤੇ ਸ਼ੱਕ ਕੀਤਾ ਜਾਂਦਾ ਹੈਗਾ ਕਿ ਇਹ ਅੱਤਵਾਦੀ ਹੋ ਸਕਦੇ ਆ। ਜੀ। ਹੁਣ ਪਠਾਣੀ ਸੂਟ ਤਾਂ ਕਸ਼ਮੀਰ ਦੇ ਵਿੱਚ ਅਣਗਿਣਤ ਲੋਕ ਪਾਉਂਦੇ ਆ ਜੀ। ਤੇ ਉਹ ਪਠਾਣੀ ਸੂਟ ਪਾਉਣਾ ਆਪਣੇ ਆਪ ਦੇ ਵਿੱਚ ਕਿਵੇਂ ਅੱਤਵਾਦ ਦਾ ਇੱਕ ਨਿਸ਼ਾਨੀ ਹੋ ਸਕਦੀ ਹੈ। ਜੀ। ਇਹ ਬੜਾ ਉੱਥੇ ਹੈਰਾਨੀ ਵਾਲਾ, ਉਹ ਛੱਡਤੇ ਗਏ ਆਰਮੀ ਵਾਲੇ। ਜੀ। ਜੀ। ਦੂਸਰਾ ਇਸੇ ਤਰ੍ਹਾਂ ਦਾ ਹੀ ਇੱਕ ਹੋਰ ਇੱਕ ਮੁਕਾਬਲਾ ਜਿਹੜਾ ਸੀ ਉਹ ਹੋਇਆ ਸੀ ਹਾਈਲਾਈਟ ਬਹੁਤ, ਉਹ ਪੱਥਰੀਬਲ ਦੀਆਂ ਕਿਲਿੰਗਸ ਕਿਹਾ ਜਾਂਦਾ ਹੈ। ਅੱਛਾ ਜੀ। ਜਦੋਂ 2000 ਦੇ ਵਿੱਚ 20 ਮਾਰਚ ਨੂੰ ਜੀ। ਚਿੱਟੀ ਸਿੰਘਪੁਰੇ ਸਿੱਖਾਂ ਦਾ ਕਤਲੇਆਮ ਹੋਇਆ ਸੀ। 35 ਬੰਦੇ ਚਿੱਟੀ ਸਿੰਘਪੁਰੇ ਮਾਰਤੇ ਗਏ ਸੀ। ਇਹ ਚਿੱਠੀ ਸਿੰਘਪੁਰਾ ਕਿ ਛੱਤੀ ਸਿੰਘਪੁਰਾ? ਨਹੀਂ, ਛੱਤੀ ਸਿੰਘਪੁਰਾ ਨਹੀਂ ਹੈ ਇਹ। ਜੀ। ਇਹਦਾ ਬੇਸਿਕ ਅਸਲੀ ਨਾਂ ਜਿਹੜਾ ਹੈਗਾ ਉਹ ਚਿੱਠੀ ਸਿੰਘਪੁਰਾ ਹੈ। ਜੀ। ਆਮ ਲੋਕਾਂ ਨੂੰ ਭੁਲੇਖਾ ਪਿਆ ਹੋਇਆ, ਅੱਛਾ। ਕਿਉਂਕਿ ਅਸੀਂ ਵੀ ਉੱਥੇ ਉਸੇ ਵਕਤ ਪਹੁੰਚ ਗਏ ਸੀ ਜਦੋਂ ਇਹ ਬੰਦੇ ਮਾਰੇ ਗਏ ਆ। ਜੀ। ਅਸੀਂ ਚੌਥੇ 5ਵੇਂ ਦਿਨ ਉੱਥੇ ਚਲੇ ਗਏ ਸੀ। ਜੀ। ਈਵਨ ਫੁੱਲ ਵੀ ਉਹਨਾਂ ਬੰਦਿਆਂ ਨੇ ਸਾਡੇ ਗਿਆਨ ਤੋਂ ਚੁਗੇ ਗਏ ਆ। ਜੀ। ਤੇ ਇਹ ਜਿਹੜਾ ਮੁਕਾਬਲਾ ਹੈਗਾ ਇਹ 25 ਉਹਦੇ ਬਾਰੇ ਮੈਂ ਥੋੜਾ ਜਿਹਾ ਕਰਨਾ ਚਾਹਾਂਗਾ। ਅਮਰੀਕਾ ਦੀ ਆਗੂ ਮੈਡਲਨ ਆਲਬ੍ਰਾਈਟ ਨੇ ਇੱਕ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਹੈ, ਉਹਦੇ ਬਾਰੇ ਕੋਈ ਹੈ ਜਾਣਕਾਰੀ ਜਿਹੜਾ ਛੱਤੀ ਸਿੰਘਪੁਰਾ ਜਾਂ ਚਿੱਠੀ ਸਿੰਘਪੁਰਾ ਦੇ ਕਤਲੇਆਮ ਬਾਰੇ? ਦੇਖੋ, ਉਹ ਕਤਲੇਆਮ ਜਿਹੜਾ ਹੈਗਾ ਇਹ ਮੇਰੇ ਹਿਸਾਬ ਨਾਲ ਜਿਹੜਾ ਹੈਗਾ ਅਸੀਂ ਆਪ ਉੱਥੇ ਇਨਕੁਆਇਰੀ ਕੀਤੀ ਹੈ, ਕੋਈ ਸੁਣੀ ਸੁਣਾਈ ਗੱਲ ਨਹੀਂ ਹੈ। ਜੀ। ਕਿਉਂਕਿ ਅਸੀਂ ਚੌਥੇ 5ਵੇਂ ਦਿਨ ਹੀ ਉੱਥੇ ਪਹੁੰਚ ਗਏ ਸੀ। ਜੀ। ਉਹ ਬੜਾ ਕਲੀਅਰ ਕੇਸ ਸੀਗਾ ਵੀ ਉਹ ਰੈਨੀਗੇਡਸ ਉਹਨਾਂ ਨੂੰ ਕਹਿੰਦੇ ਆ। ਅੱਛਾ ਜੀ। ਜਿਵੇਂ ਪੰਜਾਬ ਦੇ ਵਿੱਚ ਬਲੈਕ ਕੈਟ ਕਹਿੰਦੇ ਸੀ। ਅੱਛਾ ਜੀ। ਜਿਹੜੇ ਬੰਦੇ ਆਰਮੀ ਦੇ ਜਾਂ ਪੁਲਿਸ ਦੇ ਕਬਜ਼ੇ 'ਚ ਆਏ ਹੁੰਦੇ ਆ ਜੀ। ਉਹਨਾਂ ਦੇ ਨਾਲ ਰਲੇ ਹੁੰਦੇ ਆ, ਜੀ। ਪੁਰਾਣੇ ਉਹ ਅੱਤਵਾਦੀ ਜ਼ਰੂਰ ਹੁੰਦੇ ਆ। ਜੀ। ਉਹਨਾਂ ਬੰਦਿਆਂ ਤੋਂ ਕਰਵਾਇਆ ਗਿਆ ਸੀ। ਜੀ। ਇੱਕ ਤਾਂ ਉਹ ਕਲਿੰਟਨ ਨੂੰ ਦਿਖਾਉਣ ਦੇ ਲਈ ਕਿ ਇੱਥੇ ਅੱਤਵਾਦ ਕਿਸ ਲੈਵਲ ਤੇ ਚੱਲ ਰਿਹਾ, ਜੋ ਉਦੋਂ ਆਇਆ ਉਸ ਸੀ, ਦਿਨ ਆਉਣਾ ਸੀਗਾ, ਆਉਣਾ ਸੀ। ਉਸ ਤੋਂ ਅਗਲੇ ਦਿਨ ਉਹਨੇ ਪਹੁੰਚਣਾ ਸੀ। ਜੀ। ਦੂਸਰਾ ਉੱਥੇ ਜਿਹੜੇ ਲੋਕਲ ਸਿੱਖਸ ਤੇ ਲੋਕਲ ਮੁਸਲਮਾਨ ਨੇ, ਕਿਉਂਕਿ ਉਹ ਬੜੇ ਅੱਛੀ ਤਰ੍ਹਾਂ ਮੁੱਢ ਤੋਂ ਰਹਿ ਰਹੇ ਆ, ਜੀ। ਉਹਨਾਂ 'ਚ ਪਾੜ ਪਵਾ ਕੇ ਉਹਨਾਂ ਤੋਂ ਇੱਕ ਦੂਜੇ ਦੇ ਖਿਲਾਫ ਕੰਮ ਕਰਵਾਉਣ ਦਾ ਵੀ ਇੱਕ ਮਕਸਦ ਸੀਗਾ, ਜਿਹੜਾ ਸਿੱਖ ਸਮਝ ਗਏ ਤੇ ਉਹਨਾਂ ਨੇ ਉਹ ਕੰਮ ਜੀ। ਨਹੀਂ ਕੀਤਾ। ਹੁਣ ਆਪਾਂ ਅੱਗੇ ਚੱਲੀਏ। ਉੱਥੇ ਉਹ ਪੱਥਰੀਬਲ 'ਚ ਵੀ ਐਂ 5 ਬੰਦੇ ਮਾਰ ਦਿੱਤੇ ਗਏ ਸੀਗੇ। ਜੀ। ਤੇ ਉਹ ਵੀ ਕਿਹਾ ਗਿਆ ਸੀਗਾ ਕਿ ਇਹ ਬੰਦੇ ਜਿਹੜੇ ਹੈਗੇ ਇਹ ਅਫਗਾਨਿਸਤਾਨ 'ਚੋਂ ਆਏ ਹੋਏ ਆ, ਅੱਛਾ ਜੀ। ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ। ਅੱਛਾ ਜੀ। ਉਹ ਅਸਲ 'ਚ ਕੋਈ ਅਫਗਾਨਿਸਤਾਨ ਤੋਂ ਨਹੀਂ ਸੀ ਆਏ, ਨਾ ਉਹਨਾਂ ਨੂੰ ਸਿੱਖਾਂ ਦੇ ਵਿੱਚ ਮਾਰਨ ਦਾ ਕੋਈ ਸੰਬੰਧ ਸੀ। ਜੀ। ਉਹ ਬੰਦੇ ਨੇੜੇ ਤੇੜੇ ਦੇ ਪਿੰਡਾਂ ਦੇ ਚੱਕੇ ਹੋਏ ਸੀਗੇ। ਜੀ। ਤੇ ਉਹ ਸਾਨੂੰ ਇੱਕ ਬੰਦੇ ਦਾ ਪਿੰਡ ਤੋਂ ਪਤਾ ਲੱਗ ਗਿਆ ਸੀਗਾ ਕਿ ਇਹ ਬੰਦੇ ਦਾ ਸਵੈਟਰ ਮਿਲ ਗਿਆ ਹੈ। ਅੱਛਾ ਕਿਉਂਕਿ ਜੀ। ਉਹਨਾਂ ਨੇ ਮਾਰ ਕੇ ਉਹ ਝੁੱਗੀ ਜਿੱਥੇ ਰੱਖੇ ਸੀਗੇ ਉਹਨਾਂ ਨੂੰ ਮਾਰ ਕੇ ਉਹਨੂੰ ਅੱਗ ਲਾਤੀ ਸੀ ਜੀ। ਕਿ ਆ ਵੀ ਅੱਗ ਲੱਗ ਗਈ ਤੇ ਇਹ ਬੰਦੇ ਸੜ ਗਏ ਜੀ। ਤੇ ਉਹਨਾਂ ਦੀ ਪਛਾਣ ਨਹੀਂ ਆ ਸਕਦੀ। ਪਰ ਇੱਕ ਬੰਦੇ ਦੇ ਸਵੈਟਰ ਦੀ ਪਛਾਣ ਆ ਗਈ। ਉਹ ਉੱਥੋਂ ਫਿਰ ਕੰਮ ਚੱਲਦਾ, ਅਸੀਂ ਹੌਲੀ ਹੌਲੀ ਉਹ 5 ਬੰਦੇ ਲੱਭ ਲਏ ਕਿ ਨੇੜੇ ਦੇ ਪਿੰਡਾਂ 'ਚੋਂ ਕਿਹੜੇ ਬੰਦੇ ਚੱਕੇ ਹੋਏ ਆ ਪੁਲਿਸ ਦੇ, ਤੇ ਉਹ ਗਾਇਬ ਹੋ ਗਏ। ਅੱਛਾ ਜੀ। ਅਸੀਂ ਉਹ 5 ਦੇ ਨਾਂ ਉਸੇ ਵਕਤ ਦੇਤੇ ਸੀਗੇ ਵੀ ਆਹ 5 ਬੰਦੇ ਆ ਜਿਹੜੇ ਮਾਰੇ ਗਏ ਆ। ਅੱਛਾ ਜੀ। ਅਫਗਾਨਿਸਤਾਨ ਨਾਲ ਕੋਈ ਸੰਬੰਧ ਨਹੀਂ? ਨਾ ਇਹਨਾਂ ਕਿਸੇ ਬਾਹਰੋਂ ਅਫਗਾਨਿਸਤਾਨ ਚੋਂ ਕਿਸੇ, ਉਹ ਲੋਕਲ ਪਿੰਡਾਂ ਦੇ ਬੰਦੇ ਸੀਗੇ। ਜੀ। ਅਸੀਂ 5 ਦੇ ਨਾਂ ਦੇਤੇ ਸੀ। ਅੱਛਾ ਜੀ। ਉਸ ਤੋਂ 1.5 ਸਾਲ ਬਾਅਦ ਇਹ ਜਿਹੜਾ ਜੰਮੂ ਕਸ਼ਮੀਰ ਦੀ ਅਸੈਂਬਲੀ ਦੇ ਵਿੱਚ ਵੀ ਮੰਨਿਆ ਗਿਆ ਸੀਗਾ ਜੀ। ਕਿ ਉਹੀ 5 ਬੰਦੇ ਸੀ ਜਿਹੜੇ ਨਾਂ ਅਸੀਂ ਦੂਏ ਤੀਏ ਦਿਨ ਦੇਤੇ ਸੀ। ਠੀਕ ਹੈ ਜੀ। ਤੇ ਬਾਅਦ ਦੇ ਵਿੱਚ 12 ਸਾਲ CBI ਨੂੰ ਲੱਗ ਗਏ ਇਹ ਕੇਸ ਲੱਭਣ ਨੂੰ ਜੀ। ਕਿ ਆਹ ਕੇਸ ਕਿਵੇਂ ਗਲਤ ਹੋਇਆ ਸੀ। ਤੇ ਪਰ 2 ਸਾਲ ਬਾਅਦ ਉਸ ਤੋਂ 12 ਦੇ ਵਿੱਚ ਇਹ ਫਿਰ ਕੇਸ ਦਰਜ ਹੋਇਆ ਤੇ 14 ਦੇ ਵਿੱਚ ਇਹ ਕੇਸ ਖਤਮ ਵੀ ਕਰ ਦਿੱਤਾ ਗਿਆ ਵੀ ਇਹਦੇ 'ਚ ਕੋਈ ਗਾਹਾਂ ਪੈਰਵਾਈ ਨਹੀਂ ਹੋ ਸਕਦੀ, ਇਹਦਾ ਕੁਛ ਪਤਾ ਨਹੀਂ ਲੱਗਦਾ। ਇਸ ਤਰ੍ਹਾਂ ਦੇ ਉੱਥੇ ਕੇਸ ਹੁੰਦੇ ਆ। ਪਰ ਇਹਦੇ 'ਚ ਇੱਕ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਜੇ ਅਸੀਂ ਉਹਨਾਂ ਕੇਸਾਂ 'ਤੇ ਉੱਠਦੇ ਹਾਂ ਜਦੋਂ ਇੱਕ ਬਿਲਕੁਲ ਸਿਵਲੀਅਨ ਮਾਰਿਆ ਜਾਂਦਾ ਹੈ, ਜੀ। ਪਰ ਉਹ ਚੀਜ਼ ਸੋਚਣ ਦੀ ਲੋੜ ਹੈ ਕਿ ਮਾਰਿਆ ਕਿਉਂ ਜਾਂਦਾ ਹੈ। ਜੀ। ਜੇ ਅਸੀਂ ਉਸ ਵਕਤ ਆਵਾਜ਼ ਨਹੀਂ ਉਠਾਉਂਦੇ ਜਿਸ ਵਕਤ ਝੂਠੇ ਮੁਕਾਬਲੇ ਦੇ ਵਿੱਚ ਮਿਲੀਟੈਂਟ
ਜਾਂ ਮਿਲੀਟੈਂਟ ਦੇ ਨਾਲ ਲੱਗਦਾ ਕਿ ਬੰਦਾ ਮਾਰਿਆ ਜਾਂਦਾ ਜੀ। ਹੈ, ਉਹ ਫਿਰ ਇੱਕ ਪੁਲਿਸ ਦੇ ਲਈ ਰਸਤਾ ਖੁੱਲ੍ਹ ਜਾਂਦਾ ਹੈ ਕਿ ਉਹ ਕਿਸੇ ਵੀ ਸਿਵਲੀਅਨ ਨੂੰ ਚੱਕ ਕੇ ਮਾਰ ਸਕਦੇ ਆ। ਇਸ ਲਈ ਜ਼ਰੂਰੀ ਹੈ ਕਿ ਜਿਹੜਾ ਵੀ ਝੂਠਾ ਮੁਕਾਬਲਾ ਹੁੰਦਾ ਆਵਾਜ਼ ਜ਼ਰੂਰ ਚਾਹੇ ਉਹਦੇ 'ਚ ਮਿਲੀਟੈਂਟ ਹੀ ਕਿਉਂ ਨਾ ਮਾਰਿਆ ਗਿਆ ਹੋਵੇ, ਝੂਠਾ ਮੁਕਾਬਲਾ ਝੂਠਾ ਹੀ ਹੈ, ਉਹਦੇ ਪ੍ਰਤੀ ਸਾਨੂੰ ਹਮੇਸ਼ਾ ਹੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਉਹਨੂੰ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਠੀਕ ਹੈ ਜੀ, ਬਹੁਤ ਸਾਰੇ ਮੁੱਦਿਆਂ ਤੇ ਗੱਲਬਾਤ ਹੋਈ ਹੈ ਜਿਨ੍ਹਾਂ ਵਿੱਚ ਮਨੁੱਖੀ ਅਧਿਕਾਰ ਨਾਲ ਸੰਬੰਧਿਤ ਕਈ ਗੱਲਾਂ ਹੋਈਆਂ ਨੇ। ਹੁਣ ਅਸੀਂ ਆਉਂਦੇ ਜੀ ਫਿਰ ਪੰਜਾਬ ਵੱਲ। ਪੰਜਾਬ 'ਚੋਂ ਕਿਸਾਨਾਂ ਦੇ ਅੰਦੋਲਨ ਤੋਂ ਸ਼ੁਰੂ ਕੀਤੀ ਸੀ ਤੇ ਖ਼ਤਮ ਵੀ ਅਸੀਂ ਕਿਸਾਨਾਂ ਦੀ ਗੱਲ ਨਾਲ ਕਰਾਂਗੇ। ਝੋਨੇ ਦੀ ਕਟਾਈ ਦਾ ਸੀਜ਼ਨ ਸਿਖਰ 'ਤੇ ਹੈ। ਇੱਕ ਤਾਂ ਥੋੜ੍ਹੇ ਸਮੇਂ ਦੇ ਵਿੱਚ ਇਹ ਦੱਸੋ ਕਿ ਖਰੀਦ ਕਿਹੋ ਜਿਹੀ ਚੱਲ ਰਹੀ ਹੈ, ਅਤੇ ਦੂਸਰਾ ਪਰਾਲੀ ਜਿਸ ਦਾ ਧੂੰਆਂ ਜਿਹੜਾ ਜਲਦੀ ਦਿੱਲੀ ਤੱਕ ਪਹੁੰਚਣ ਵਾਲਾ ਹੈ ਅਤੇ ਹੋਰ ਵੀ ਕਿਤੇ ਕਿਤੇ ਪਹੁੰਚੇਗਾ, ਅਤੇ ਨਾਸਾ ਤੋਂ ਫੋਟੋਆਂ ਵੀ ਛੇਤੀ ਆ ਜਾਣੀਆਂ ਨੇ। ਪਰਾਲੀ ਨੂੰ ਸਾਂਭਣ ਦੇ ਕੀ ਯਤਨ ਹੋ ਰਹੇ ਨੇ? ਜਿਹੜੀ ਤਾਂ ਤੁਸੀਂ ਝੋਨੇ ਦੀ ਖਰੀਦ ਬਾਰੇ ਜੀ ਉਹ ਸ਼ੁਰੂ 'ਚ ਤਾਂ ਕਾਫੀ ਢਿੱਲੀ ਸੀ ਜੀ ਤੇ ਹੁਣ ਕਾਫੀ ਸ਼ੁਰੂ ਹੋ ਚੁੱਕੀ ਹੈ। ਜੀ ਇੱਕ ਅੱਧੀ ਵੈਰਾਈਟੀ ਨੂੰ ਛੱਡ ਕੇ, ਜੀ। ਜਿਵੇਂ 2725 ਹੈ, ਜੀ ਇਹਨੂੰ 2725 ਕਹਿੰਦੇ ਆ, ਅੱਛਾ ਜੀ। ਕਿਉਂਕਿ ਉਹ ਗਵਰਨਮੈਂਟ ਨੇ ਰਿਕਮੈਂਡ ਨਹੀਂ ਸੀ ਕੀਤੀ ਹੋਈ ਐਗਰੀਕਲਚਰ ਡਿਪਾਰਟਮੈਂਟ ਵੱਲੋਂ, ਅੱਛਾ ਜੀ, ਤੇ ਉਹਦੀ ਖਰੀਦ ਦੀ ਥੋੜੀ ਜਿਹੀ ਪ੍ਰੋਬਲਮ ਹੈ। ਬਾਕੀ ਤਕਰੀਬਨ ਹੁਣ ਠੀਕ ਹੋ ਚੁੱਕੀਆਂ ਨੇ। ਠੀਕ ਚੱਲ ਰਿਹਾ। ਰਹੀ ਗੱਲ ਪਰਾਲੀ ਨੂੰ ਅੱਗ ਲਾਉਣ ਬਾਰੇ, ਜੀ ਉਹ ਵਿਸ਼ਾ ਹਮੇਸ਼ਾ ਤੋਂ ਹੀ ਚੱਲਦਾ ਹੈ, ਕਾਫੀ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ, ਤੇ ਹੌਲੀ ਹੌਲੀ ਉਹ ਪੰਜਾਬ, ਹਰਿਆਣਾ, ਦਿੱਲੀ, ਯੂਪੀ, ਰਾਜਸਥਾਨ ਦਾ ਕਾਫੀ ਇਲਾਕਾ ਇਹਨੂੰ ਸਾਰੇ ਨੂੰ ਪ੍ਰਭਾਵਿਤ ਕਰ ਲੈਂਦਾ ਹੈ। ਜੀ ਤੇ ਹੁਣ ਵੀ ਉਹ ਸ਼ੁਰੂ ਹੋਇਆ, ਪਰ ਐਤਕੀ ਲੱਗਦਾ ਵੀ ਸ਼ਾਇਦ ਪਿਛਲੇ ਸਾਲਾਂ ਨਾਲੋਂ ਇਹਦੀ ਗਿਣਤੀ ਘਟੂਗੀ, ਅੱਛਾ ਜੀ, ਕਿਉਂਕਿ ਥੋੜ੍ਹਾ ਜਿਹਾ ਕਿਸਾਨਾਂ ਨੇ ਵੀ ਇਹ ਗੱਲ ਦੇਖੀ ਹੈ ਵੀ ਜਿਵੇਂ ਕਰੋਨਾ ਦੇ ਉੱਪਰ ਇਹਦਾ ਅਸਰ ਪੈ ਰਿਹਾ ਹੈ, ਜੀ ਸ਼ਾਇਦ ਉਹਦਾ ਕਾਰਨ ਹੈ ਵੀ ਸ਼ੁਰੂ 'ਚ ਜਿਹੜੇ ਸਬਜ਼ੀਆਂ ਬੀਜਣ ਵਾਲੇ ਕਿਸਾਨ ਨੇ, ਜਿਨ੍ਹਾਂ ਨੇ ਮਟਰ ਜਾਂ ਆਲੂ ਬੀਜਣਾ ਸੀ, ਉਹਨਾਂ ਨੇ ਤਾਂ ਕੁਛ ਇਹੋ ਜਿਹੀਆਂ ਲਾਈਆਂ ਨੇ, ਜੀ ਪਰ ਰੂਟੀਨ ਦੇ ਵਿੱਚ ਇਹਦਾ ਕੰਮ ਜਿਹੜਾ ਹੈਗਾ ਉਹ ਅੱਗੇ ਨਾਲੋਂ ਘੱਟ ਲੱਗਦਾ ਹੈ। ਅੱਛਾ ਜੀ। ਦੂਜਾ ਜਿਹੜਾ ਸਰਕਾਰ ਨੇ ਕੁਝ ਮਸ਼ੀਨਾਂ ਵਗੈਰਾ ਦਾ ਵੀ ਪ੍ਰਬੰਧ ਕੀਤਾ ਹੈ। ਮੈਂ ਗੱਲ ਕਰਨ ਲੱਗਾ ਸਾਂ ਜਿਹੜੇ ਜੇ ਕੋਈ ਗਿਣੇ ਚੁਣੇ ਕੰਮ ਜਿਹੜੇ ਸਰਕਾਰ ਨੇ ਕੋਈ ਚੰਗੇ ਕੀਤੇ ਹੋਣਗੇ, ਉਹ ਗਿਣਨੇ ਹੋਣ, ਤੇ ਉਹਨਾਂ ਵਿੱਚ ਇੱਕ ਕੰਮ ਇਹ ਹੈ ਕਿ ਪਰਾਲੀ ਨੂੰ ਸਾਂਭਣ ਲਈ ਜਿਹੜੀ ਮਸ਼ੀਨਰੀ ਦੀ ਵਰਤੋਂ ਆ ਉਹਦੇ 'ਤੇ ਸਬਸਿਡੀ ਕਾਫੀ ਦਿੱਤੀ ਹੈ। ਹਾਂ, ਸਬਸਿਡੀ ਪਹਿਲਾਂ ਤਾਂ ਕਾਫੀ ਦਿੱਤੀ ਸੀ। ਜੀ ਇੱਕ ਤਾਂ ਜਿਵੇਂ ਹੁਣ ਹੈਪੀ ਸੀਡਰ ਹੈ, ਜੀ, ਸੁਪਰ ਸੀਡਰ ਹੈ, ਜੀ। ਜਿਹਦੇ ਨਾਲ ਸਿੱਧੀ ਬੀਜੀ ਜਾਂਦੀ ਹੈ, ਮਲਚਰ ਹੈ। ਜਿਹੜਾ ਸਿੱਧਾ ਬੀਜਿਆ ਜਾਂਦਾ ਜੀ ਹੈ। ਜੀ 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 ਦੂਸਰਾ ਜਿਹੜਾ ਕੰਬਾਈਨਾਂ ਦੇ ਨਾਲ ਲਾਇਆ ਜਾਂਦਾ ਹੈਗਾ, SMS ਸਾਂਭਣ ਵਾਲਾ SSMS, ਹਾਂਜੀ ਉਹ ਵੀ ਵਧੀਆ ਚੀਜ਼ ਹੈ। ਜੀ। ਉਹਦੇ ਨਾਲ ਤੁਸੀਂ ਇਮੀਡੀਏਟਲੀ ਜੇ ਬਾਅਦ 'ਚ ਵਾਹ ਦਿੰਦੇ ਹੋ ਤਾਂ ਉਹ ਬੜਾ ਸੌਖਾ ਹੋ ਜਾਂਦਾ ਹੈ। ਜੀ ਉਸੇ ਤਰ੍ਹਾਂ ਉਲਟਾਵੇਂ ਹਲਾਂ ਦਾ ਵੀ ਜੇ ਕੀਤਾ ਜਾਵੇ ਅਸਰ, ਜੀ। ਤਾਂ ਉਹ ਵੀ ਠੀਕ ਹੈ। ਜੀ ਪਰ ਉਹਦੇ 'ਚ ਇਹ ਹੈ ਵੀ ਇੱਕ ਤਾਂ ਪਹਿਲਾਂ ਸਬਸਿਡੀ ਇਹਨਾਂ ਨੇ 50% ਤੱਕ ਅਨਾਊਂਸ ਕਰਤੀ ਸੀ, ਜੀ ਪਰ ਜੇ ਹੁਣ ਲੱਗਿਆ ਵੀ ਜ਼ਿਆਦਾ ਖਰੀਦਦਾਰ ਉਸ ਤਰ੍ਹਾਂ ਦੇ ਆ ਰਹੇ ਆ ਤਾਂ ਇਹਨਾਂ ਨੇ ਉਹ ਘਟਾਉਣੀ ਸ਼ੁਰੂ ਕਰਤੀ ਹੈ। ਜੀ, ਜੀ। ਹੁਣ ਸਿੱਧਾ 85,000 ਤੇ ਲਿਆ ਰਹੇ ਆ ਵੀ ਇੱਕ ਮਸ਼ੀਨ ਮਗਰ 85,000 ਰੁਪਈਆ ਦੇ ਦਿਓ, ਚਾਹੇ ਉਹ ਸੁਪਰ ਸੀਡਰ ਹੈ ਚਾਹੇ ਹੈਪੀ ਸੀਡਰ ਹੈ, ਉਹਦੇ 'ਚ ਪਰਸੈਂਟੇਜ ਦਾ ਅਸਰ ਘਟ ਜਾਊਗਾ। ਤੇ ਦੂਜਾ ਇਹਦੇ 'ਚ ਇੱਕ ਹੋਰ ਚੀਜ਼ ਹੈ ਜਿਹੜੀ ਆਮ ਲੋਕਾਂ ਨੇ ਕਦੇ ਕੰਸੀਡਰ ਨਹੀਂ ਕੀਤੀ, ਜੀ ਵੀ ਜਿਹੜਾ ਇਹ ਧੂੰਆਂ ਚਾਹੇ ਪਰਾਲੀ ਦਾ ਹੈ, ਚਾਹੇ ਦੂਜਾ ਫੈਕਟਰੀਆਂ ਦਾ ਹੈ, ਇਹਨਾਂ ਦਿਨਾਂ ਦੇ ਵਿੱਚ ਉੱਪਰ ਨਹੀਂ ਜਾਂਦਾ। ਅੱਛਾ ਜੀ, ਉਹਦੇ 'ਚ ਇਕੱਲਾ ਧੂੰਆਂ ਵੱਧ ਹੋਣਾ ਇੱਕ ਕਾਰਨ ਨਹੀਂ ਹੈ, ਅੱਛਾ ਪਰ ਜੀ। ਇੱਕ ਹੋਰ ਵੱਡਾ ਬਹੁਤ ਫੈਕਟਰ ਹੈ ਜਿਹਨੂੰ ਆਮ ਤੌਰ ਤੇ ਕੰਸੀਡਰ ਨਹੀਂ ਕੀਤਾ ਜਾਂਦਾ। ਉਹ ਕੀ ਹੈ ਜੀ? ਉਹ ਹੈਗਾ ਜੀ ਇਨਵਰਸ਼ਨ ਆਫ ਟੈਂਪਰੇਚਰ ਕਹਿੰਦੇ ਆ ਉਹਨੂੰ। ਅੱਛਾ ਜੀ, ਉਹ ਆਮ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਹੋ ਜਾਂਦੀ ਹੈ। ਜਿਹੜਾ ਐਟਮੋਸਫੀਅਰ ਦਾ ਹੇਠਲਾ ਹਿੱਸਾ ਹੈ, ਜੀ। ਟ੍ਰੋਪੋਸਫੀਅਰ, ਜੀ ਵੈਸੇ ਤਾਂ ਐਟਮੋਸਫੀਅਰ ਦਾ ਇੱਕ ਸਿਸਟਮ ਹੈ ਜੀ ਵੀ ਥੱਲਿਓਂ ਜਿਉਂ ਆਪਾਂ ਉੱਪਰ ਨੂੰ ਜਾਂਦੇ ਆ ਉਹ ਟੈਂਪਰੇਚਰ ਘਟੀ ਜਾਂਦੀ ਹੈ, ਜੀ। ਠੰਡ ਹੋਈ ਜਾਂਦੀ ਹੈ। ਜੀ ਪਰ ਇਹ ਕਈ ਵਾਰ ਕੀ ਹੁੰਦਾ ਹੈ ਵੀ ਇਹ ਵਿਚਾਲੇ ਥੱਲੇ ਟੈਂਪਰੇਚਰ ਘਟ ਜਾਂਦੀ ਹੈ, ਉੱਪਰ ਜਾ ਕੇ ਉਹਦੇ ਇੱਕ ਵਿਚਾਲੇ ਇਹੀ ਜਿਹੀ ਲੇਅਰ ਆ ਜਾਂਦੀ ਹੈ ਜਿਹੜੀ ਉਹਦੇ ਨਾਲੋਂ ਗਰਮ ਹੁੰਦੀ ਹੈ। ਉਹ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਆਉਂਦੀ ਹੈ ਜਦੋਂ ਇੱਕਦਮ ਧਰਤੀ ਗਰਮ ਤੋਂ ਠੰਡੀ ਹੋਣੀ ਸ਼ੁਰੂ ਹੁੰਦੀ ਹੈ। ਉੱਪਰਲੀ ਹਵਾ 'ਤੇ ਹਜੇ ਅਸਰ ਨਹੀਂ ਪਿਆ ਹੁੰਦਾ, ਥੱਲੇ ਵਾਲੀ 'ਤੇ ਅਸਰ ਪੈ ਜਾਂਦਾ ਕਿਉਂਕਿ ਧਰਤੀ ਦੇ ਨਾਲ ਲੱਗਦੀ ਹੈ, ਉਹ ਛੇਤੀ ਅਸਰ 'ਤੇ ਆਉਂਦੀ ਹੈ। ਥੱਲੇ ਟੈਂਪਰੇਚਰ ਘਟ ਜਾਂਦਾ, ਉੱਪਰ ਵੱਧ ਹੁੰਦਾ। ਅੱਛਾ ਜੀ, ਉਹ ਜਿਹੜੀ ਇੱਕ ਇਨਵਰਸ਼ਨ ਆਫ ਟੈਂਪਰੇਚਰ ਦੀ ਜਿਹੜੀ ਲੇਅਰ ਹੈ ਉਹ ਇੱਕ ਕੰਬਲ ਦਾ ਕੰਮ ਕਰਦੀ ਹੈ, ਬਲੈਂਕਟ ਉਹਨੂੰ ਕਹਿੰਦੇ ਆ, ਇੱਕ ਬਲੈਂਕਟ ਬਣ ਗਿਆ ਐਟਮੋਸਫੀਅਰ ਦੇ ਵਿੱਚ, ਅੱਛਾ ਜੀ, ਜਿਹੜਾ ਹੇਠਲੇ ਧੂਏ ਵਗੈਰਾ ਨੂੰ ਕਨਵੈਕਸ਼ਨ ਦੇ ਨਾਲ ਉਸ ਤੋਂ ਉੱਪਰ ਲੰਘਣਾ ਅਲਾਉ ਨਹੀਂ ਕਰਦਾ। ਅੱਛਾ ਜੀ, ਉਹ ਜਦੋਂ ਰੁਕ ਜਾਂਦੀ ਹੈ ਤਾਂ ਉਹ ਧੂਆਂ ਫਿਰ ਜਿਹੜਾ ਹੈਗਾ ਇਫੈਕਟਿਵ ਹੋਣ ਲੱਗ ਜਾਂਦਾ ਹੈ। ਉਹ ਇਹਨਾਂ ਦਿਨਾਂ 'ਚ ਬਹੁਤ ਜ਼ਿਆਦਾ ਹੁੰਦੀ ਹੈ। ਇਹੀ ਕਾਰਨ ਬਣਦਾ ਹੈਗਾ ਕਿ ਉਹ ਧੂਆਂ ਉਦੋਂ ਉੱਪਰ ਨਹੀਂ ਨਿਕਲਦਾ। ਇਹ ਚੀਜ਼ ਵੀ ਸਮਝਣ ਦੀ ਲੋੜ ਹੈ ਸਾਨੂੰ, ਕਿਉਂਕਿ ਇਹ ਬਹੁਤ ਵੱਡਾ ਇੱਕ ਕਾਰਨ ਹੈ। ਇਹ ਜਿਹੜਾ ਕਾਰਨ ਤੁਸੀਂ ਦੱਸਿਆ ਕਿ ਇਸ ਕਰਕੇ ਧੂੰਆਂ ਜਿਹੜਾ ਉੱਪਰ ਨਹੀਂ ਜਾ ਸਕਦਾ, ਫਿਰ ਇਹਦਾ ਇਲਾਜ ਕੀ ਹੈ? ਇਹ ਬੰਦੇ ਕੋਲ ਹੈ ਕਿ ਕੁਦਰਤ ਕਰ ਸਕਦੀ ਹੈ? ਦੇਖੋ, ਇਨਵਰਸ਼ਨ ਆਫ ਟੈਂਪਰੇਚਰ ਦਾ ਕੋਈ ਹੱਲ ਨਹੀਂ ਹੈ। ਅੱਛਾ ਹੱਲ ਜੀ, ਤਾਂ ਇਹਨਾਂ ਚੀਜ਼ਾਂ ਦਾ ਹੀ ਹੈ ਵੀ ਧੂਆਂ ਅਸੀਂ ਤਾਂ ਰੋਕਣਾ ਹੀ ਆ, ਮਤਲਬ ਉਹ ਇੱਕ ਕਾਰਨ ਹੈ, ਜਿਹੜਾ ਵੱਡਾ ਕਾਰਨ ਹੈ ਜਿਹਦੇ ਕਰਕੇ ਆਪਾਂ ਕਹਿੰਦੇ ਵੀ ਨਿਕਲਦਾ ਨਹੀਂਗਾ। ਅਕਸਰ ਇਹ ਕਹਿ ਦਿੱਤਾ ਜਾਂਦਾ ਕਿ ਅਗਰ ਬਾਰਿਸ਼ ਹੋ ਜਾਵੇ ਜਾਂ ਕੋਈ ਹਵਾ ਦਾ ਰੁਖ ਹੋ ਜਾਵੇ ਤਾਂ ਉਹਦੇ ਨਾਲ ਫਰਕ ਪੈਂਦਾ। ਦੇਖੋ, ਜਦੋਂ ਇਨਵਰਸ਼ਨ ਆਫ ਟੈਂਪਰੇਚਰ ਹੈ ਉਦੋਂ ਬਾਰਿਸ਼ ਦੇ ਵੀ ਚਾਂਸਸ ਘਟ ਜਾਂਦੇ ਆ, ਕਿਉਂਕਿ ਬਾਰਿਸ਼ ਜੀ ਵੀ ਹੋਣੀ ਹੈ ਕਨਵੈਕਸ਼ਨ ਨਾਲ। ਜਦੋਂ ਥੱਲਿਓਂ ਹਵਾ ਉੱਪਰ ਨੂੰ ਉੱਠਣੀ ਹੈ, ਜੀ ਉੱਪਰ ਉੱਠ ਕੇ ਉਹਨੇ ਠੰਡੀ ਹੋਣਾ ਹੈ। ਜਦੋਂ ਥੱਲਿਓਂ ਹਵਾ ਉੱਪਰ ਜਾਣ ਦਾ ਹੀ ਸਿਸਟਮ ਰੁਕ ਗਿਆ,
ਉਹਦੇ ਤੇ ਇੱਕ ਬਲੈਂਕਟ ਦਾ ਅਸਰ ਹੋਣ ਲੱਗ ਗਿਆ ਤਾਂ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਇਨਵਰਸ਼ਨ ਆਫ ਟੈਂਪਰੇਚਰ ਚੱਲ ਰਹੀ ਹੈ ਉਨੇ ਦਿਨ ਬਾਰਿਸ਼ ਦੇ ਵੀ ਅਸਾਰ ਬਹੁਤ ਘਟ ਜਾਂਦੇ ਆ। ਜਦੋਂ ਉਹ ਇਨਵਰਸ਼ਨ ਆਫ ਟੈਂਪਰੇਚਰ ਠੀਕ ਹੋਊਗੀ ਉਸ ਤੋਂ ਬਾਅਦ ਫਿਰ ਮੀਂਹ ਦੇ ਚਾਂਸਸ ਬਣਦੇ ਆ, ਉਹਨਾਂ ਚਿਰ ਤਾਂ ਹੀ ਇਹ ਲੰਬਾ ਹੋ ਜਾਂਦਾ ਕੰਮ। ਫਿਰ ਪੰਜਾਬ ਦਾ ਧੂੰਆਂ ਦਿੱਲੀ ਤੱਕ ਤੇ ਪਤਾ ਨਹੀਂ ਕਿੱਥੇ ਕਿੱਥੇ ਤੱਕ ਪਹੁੰਚਣ ਵਾਲਾ ਹੀ ਹੈ, ਫਿਰ ਇਹਦਾ ਮਤਲਬ ਜੀ ਦੇਖੋ ਇਹ ਅੱਗੇ ਨਾਲੋਂ ਜਿਵੇਂ ਐਤਕੀ ਧੂੰਆਂ ਘੱਟ ਹੋ ਰਿਹਾ ਜੀ, ਕਿਉਂਕਿ ਲੋਕ ਘੱਟ ਕਰ ਰਹੇ ਆ, ਸ਼ਾਇਦ ਕਰੋਨਾ ਦੇ ਇਫੈਕਟ ਕਰਕੇ ਵੀ, ਅਤੇ ਕੁਛ ਮਸ਼ੀਨਾਂ ਦਾ ਵੀ ਦੇਖੋ ਸ਼ਾਇਦ ਫਾਇਦਾ ਹੋਵੇ, ਅਤੇ ਉਹ ਵੀ ਹੈ। ਅਤੇ ਦੂਜੀ ਗੱਲ ਜਿਹੜਾ ਲੰਬਾ ਕੰਮ ਹੈ ਉਹ ਵੀ ਸਾਨੂੰ ਸੋਚਣ ਦੀ ਲੋੜ ਹੈ, ਸਰਕਾਰਾਂ ਨੂੰ ਉਹਦੇ ਲਈ ਕੋਈ ਸੋਚਣਾ ਪਊਗਾ ਵੀ ਜਿਹੜੀ ਕ੍ਰੌਪ ਪੈਟਰਨ ਹੈ ਉਹਨੂੰ ਬਦਲਣ ਦੇ ਲਈ ਕੋਈ ਫਾਰਮਰਸ ਨੂੰ ਇਨਸੈਂਟਿਵ ਦਿੱਤੇ ਜਾਣ, ਕੋਈ ਨਵੀਆਂ ਕ੍ਰੌਪ ਵਰਾਇਟੀਜ਼ ਲਿਆਂਦੀ, ਹੋਰ ਕ੍ਰੌਪਸ ਲਿਆਂਦੀਆਂ ਜਾਣ ਜਿਹਦੇ 'ਚ ਜ਼ਿਆਦਾ ਮੁਨਾਫਾ ਹੋਵੇ, ਉਹਦੇ ਲਈ ਕਿਸਾਨ ਸੋਚਣ ਲੱਗਣ। ਉਹ ਚੀਜ਼ਾਂ ਦੀ ਜਿਹੜੀ ਵੇਚ ਹੈ ਉਹਦੇ ਲਈ ਵੀ ਕੋਈ ਚੰਗਾ ਸਿਸਟਮ ਬਣਾਇਆ ਜਾਵੇ ਤਾਂ ਕਿ ਝੋਨੇ ਦੀ ਜਿਹੜੀ ਬਿਜਾਈ ਵੀ ਘਟ ਜਾਵੇ ਤਾਂ ਆਪਣੇ ਆਪ ਇਹ ਮਸਲਾ ਹੱਲ ਹੋ ਸਕਦਾ ਹੈ। ਠੀਕ ਹੈ ਜੀ, ਪ੍ਰੋਗਰਾਮ ਖਤਮ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਆਪ ਜੀ ਨੂੰ ਪਸੰਦ ਆਇਆ ਹੋਵੇਗਾ। ਜਲਦੀ ਇੱਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ ਜੀ।